ਪੰਜਾਬੀ ਕੰਟੈਕਸਟ ਦਾ 7ਵਾਂ ਐਪੀਸੋਡ। ਅੱਜ ਦੇ ਐਪੀਸੋਡ ਵਿੱਚ ਅਸੀਂ ਜ਼ਬੂਰ 48 ਤੇ ਗੌਰ ਕਰਾਂਗੇ। ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰ ਕਰਦੀ ਹਾਂ ਜੋ ਤੁਸੀਂ ਸਮੇਂ ਕੱਢ ਕੇ ਸਾਡੇ ਐਪੀਸੋਡਸ ਨੂੰ ਵਾਚ ਕਰਦੇ, ਸਾਡੇ ਨਾਲ ਇੰਗੇਜ ਕਰਦੇ ਆ। ਅਸੀਂ ਤੁਹਾਡਾ ਫੀਡਬੈਕ ਬਹੁਤ ਅਪਰੀਸ਼ੀਏਟ ਕਰਦੇ ਹਾਂ। ਅੱਜ ਸਾਡੇ ਵਿੱਚ ਆਂਟੀ ਜੋਤੀ ਐਂਡ ਅੰਕਲ ਜੋਸ਼ੂਆ ਸਕ੍ਰਿਪਚਰ ਪੜ੍ਹਨਗੇ ਤੇ ਪਾਸਟਰ ਐਰਿਕ ਇਹਨਾਂ ਤੇ ਰਿਫਲੈਕਸ਼ਨ ਕਰਨਗੇ। ਐਂਡ ਅਸੀਂ ਤੁਹਾਨੂੰ ਇਨਵਾਈਟ ਕਰਦੇ ਹਾਂ ਕਿ ਤੁਸੀਂ ਕਮੈਂਟ ਬਾਕਸ ਵਿੱਚ ਆਪਣੇ ਸਵਾਲ, ਆਪਣੇ ਕਮੈਂਟਸ ਸਾਡੇ ਨਾਲ ਸ਼ੇਅਰ ਕਰੋ। ਐਂਡ ਮੈਂ ਦਰਖਾਸਤ ਕਰਾਂਗੀ ਅੰਕਲ ਜੋਸ਼ੂਆ ਦੇ ਕਿ ਉਹ ਸਾਨੂੰ ਹੁਣ ਦੁਆ ਵਿੱਚ ਲੈ ਕੇ ਜਾਣ। आओ ਅਸੀਂ सब मिल के दुआ करिए ते अपने खुदावंद ਦਾ ਸ਼ੁਕਰ ਅਦਾ ਕਰੀਏ ਕਿ ਉਸਨੇ ਸਾਨੂੰ ਅੱਜ ਤੱਕ ਜ਼ਿੰਦਗੀ ਜ਼ਮੀਨ ਤੇ ਰੱਖਿਆ, ਤੰਦਰੁਸਤੀ ਤੇ ਜ਼ਿੰਦਗੀ ਦਿੱਤੀ। ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ ਅੱਜ ਦੇ ਦਿਨ ਦੇ ਲਈ, ਖਾਸ ਤੌਰ ਤੇ ਖੁਦਾਵੰਦ ਇਸ ਮੌਕੇ ਦੇ ਲਈ ਜੋ ਤੂੰ ਸਾਡੀ ਜ਼ਿੰਦਗੀ 'ਚ ਸਾਨੂੰ ਦਿੱਤਾ, ਜਦ ਕਿ ਅਸੀਂ ਤੇਰੇ ਖਾਦਮ ਦੇ ਨਾਲ ਮਿਲ ਕੇ 48 ਜ਼ਬੂਰ ਤੋਂ ਖੁਦਾਵੰਦ ਜੋ ਕੁਝ ਵੀ ਉਹ ਸਾਨੂੰ ਸਿਖਾਉਂਦੇ ਨੇ ਉਸਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਚੱਲਣ ਵਾਲੇ ਹੋਈਏ। ਉਹ ਜੋ ਕੁਝ ਵੀ ਖੁਦਾਵੰਦ ਅੱਜ ਇਸ ਦੇ ਉੱਤੇ ਬੋਲਣ ਉਹ ਤੇਰੀ ਤਰਫੋਂ ਹੋਵੇ। ਤੂੰ ਉਹਨਾਂ ਨੂੰ ਆਪਣੇ ਲਹੂ ਦੇ ਵਿੱਚ ਮਸਾ ਕਰ ਤੇ ਖੁਦਾਵੰਦ ਸਾਨੂੰ ਸਾਰਿਆਂ ਨੂੰ ਐਸੀ ਸੋਚ ਤੇ ਸਮਝ ਤੇ ਅਕਲ ਦੇ ਕਿ ਖੁਦਾਵੰਦ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਤੇਰੇ ਵਿੱਚ ਇਸੇ ਤਰ੍ਹਾਂ ਹੀ ਵੱਧਦੇ ਜਾਈਏ। ਤੇਰੇ ਬੇਟੇ ਯਿਸੂ ਨਾਸਰੀ ਦੇ ਜਲਾਲੀ ਤੇ ਪਵਿੱਤਰ ਨਾਮ 'ਚ ਆਮੀਨ। ਥੈਂਕ ਯੂ ਅੰਕਲ ਜੋਸ਼ੂਆ। ਆਓ ਹੁਣ ਅਸੀਂ ਸਕ੍ਰਿਪਚਰ ਰੀਡਿੰਗ ਵਿੱਚ ਚੱਲਾਂਗੇ ਆਂਟੀ ਜੋਤੀ ਐਂਡ ਅੰਕਲ ਜੋਸ਼ੂਆ ਦੇ ਨਾਲ। ਮੇਰੇ ਸਾਰੇ ਭੈਣ ਭਰਾ ਨੂੰ ਜੈ ਮਸੀਹ ਦੀ, ਜਿੰਨੇ ਵੀ ਸਾਨੂੰ ਇਸ ਵਕਤ ਆਨਲਾਈਨ ਵਾਚ ਕਰ ਰਹੇ ਹਨ। ਮੈਂ ਖੁਦਾ ਦਾ ਸ਼ੁਕਰ ਕਰਦੀ ਹਾਂ ਕਿ ਖੁਦਾ ਨੇ ਇੱਕ ਵਾਰ ਫਿਰ ਸਾਨੂੰ ਮੌਕਾ ਦਿੱਤਾ ਤੁਹਾਡੇ ਸਾਹਮਣੇ ਆਉਣ ਦਾ ਔਰ ਸਾਨੂੰ ਇਸ ਪਵਿੱਤਰ ਬਚਨ ਦੇ ਵਿੱਚੋਂ ਪੜ੍ਹਨ ਦਾ। ਅੱਜ ਅਸੀਂ ਪੜ੍ਹਾਂਗੇ ਜ਼ਬੂਰ 48। ਇਹ ਸਿਯੋਨ ਦੀ ਸੁੰਦਰਤਾ ਦਾ ਗੀਤ ਹੈ। ਇਹ ਕੋਰਾ ਦੀ ਸੰਤਾਨ ਦਾ ਗੀਤ ਇੱਕ ਭਜਨ ਦੇ ਰੂਪ ਵਿੱਚ ਉਸਨੇ ਪੇਸ਼ ਕੀਤਾ ਹੈ। ਮੈਂ ਇਸ ਦੀ ਪਹਿਲੀ ਆਇਤ ਪੜ੍ਹਾਂਗੀ। ਪ੍ਰਭੂ ਮਹਾਨ ਹੈ ਸਾਡੇ ਪਰਮੇਸ਼ਵਰ ਦੇ ਸ਼ਹਿਰ ਵਿੱਚ ਅਤੇ ਉਸਦੇ ਪਵਿੱਤਰ ਪਹਾੜ ਤੇ ਪ੍ਰਭੂ ਵੱਡੀ ਮਹਿਮਾ ਦੇ ਯੋਗ ਹੈ। ਉਚਾਈ ਕਰਕੇ ਸੁੰਦਰ ਸਾਰੀ ਧਰਤੀ ਦੀ ਖੁਸ਼ੀ ਸਿਯੋਨ ਪਰਬਤ ਹੈ, ਜਿਹੜਾ ਉੱਤਰ ਦੀ ਵੱਲ ਮਹਾਰਾਜਾ ਦਾ ਸ਼ਹਿਰ ਹੈ। ਪਰਮੇਸ਼ਵਰ ਨੇ ਪ੍ਰਗਟ ਕੀਤਾ ਹੈ, ਉਸਦੀ ਸ਼ਹਿਰ ਦੇ ਕਿਲਿਆਂ ਅੰਦਰ ਪੂਰੀ ਸੁਰੱਖਿਆ ਹੈ। ਤਾਂ ਵੇਖੋ ਰਾਜੇ ਇਕੱਠੇ ਹੋ ਗਏ, ਉਹ ਮਿਲ ਕੇ ਲੰਘ ਗਏ। ਪਰ ਉਹ ਇਹ ਦੇਖ ਕੇ ਹੈਰਾਨ ਰਹਿ ਗਏ, ਉਹ ਭੈਭੀਤ ਹੋ ਉੱਠੇ, ਇਸ ਲਈ ਉਹ ਨੱਠ ਗਏ। ਉੱਥੇ ਕੰਬਣੀ ਨੇ ਉਹਨਾਂ ਨੂੰ ਫੜ ਲਿਆ ਅਤੇ ਜੱਚਾ ਵਾਲੀਆਂ ਪੀੜਾਂ ਉਹਨਾਂ ਨੂੰ ਲੱਗੀਆਂ। ਤੂੰ ਪੂਰੇ ਜ਼ੋਰ ਦੀ ਹਵਾ ਨਾਲ ਤਰਸ਼ੀਸ਼ ਦੇ ਸਮੁੰਦਰੀ ਜਹਾਜ਼ਾਂ ਨੂੰ ਟੋਟੇ ਟੋਟੇ ਕਰ ਦਿੱਤਾ। ਹੇ ਪਰਮੇਸ਼ਵਰ, ਅਸਾਂ ਤੇਰੀ ਹੈਕਲ ਦੇ ਵਿੱਚ ਤੇਰੀ ਦਇਆ ਉੱਤੇ ਵਿਚਾਰ ਕੀਤਾ ਹੈ। ਹੇ ਪਰਮੇਸ਼ਵਰ, ਅਸੀਂ ਤੇਰੇ ਮੰਦਰ ਵਿੱਚ ਤੇਰੀ ਦਇਆ ਤੇ ਧਿਆਨ ਕੀਤਾ। ਹੇ ਪਰਮੇਸ਼ਵਰ, ਜਿਵੇਂ ਤੇਰਾ ਨਾਮ ਤਿਵੇਂ ਤੇਰੀ ਉਸਤਤ ਧਰਤੀ ਤੇ ਬੰਨਿਆ ਠੀਕ ਹੈ। ਤੇਰਾ ਸੱਜਾ ਹੱਥ ਧਰਮ ਨਾਲ ਭਰਿਆ ਹੋਇਆ ਹੈ। ਸਿਯੋਨ ਪਹਾੜ ਆਨੰਦਿਤ ਹੋਵੇ, ਤੇਰੇ ਨਿਆਂ ਦੇ ਕਾਰਨ ਯਹੂਦਾ ਦੇ ਇਲਾਕੇ ਦੇ ਨਗਰ ਖੁਸ਼ ਹੋਣ। ਸਿਯੋਨ ਦੇ ਚੁਫੇਰੇ ਫਿਰੋ ਅਤੇ ਉਹਦੀ ਪ੍ਰਦਖਣਾ ਕਰੋ, ਉਹਦੇ ਬੁਰਜਾਂ ਨੂੰ ਗਿਣੋ। ਤੁਸੀਂ ਉਸ ਦੀਆਂ ਮਜ਼ਬੂਤ ਕੰਧਾਂ ਨੂੰ ਧਿਆਨ ਨਾਲ ਦੇਖੋ ਅਤੇ ਉਸਦੇ ਕਿਲਿਆਂ ਦੇ ਵਿੱਚ ਜਾਵੋ, ਤਾਂ ਜੋ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਬਾਰੇ ਦੱਸ ਸਕੋ। ਇਹੋ ਪਰਮੇਸ਼ਵਰ ਤਾਂ ਜੁਗੋ ਜੁਗ ਸਾਡਾ ਪਰਮੇਸ਼ਵਰ ਹੈ, ਮੌਤ ਤੀਕ ਵੀ ਉਹ ਸਾਡਾ ਆਗੂ ਰਹੇਗਾ। ਖੁਦਾ ਦੇ ਕਲਾਮ ਦੇ ਪੜ੍ਹੇ ਜਾਣ ਦੇ ਉੱਤੇ ਉਸਦੀ ਆਸ਼ੀਸ਼ ਹੋਵੇ। ਆਮੀਨ। ਥੈਂਕ ਯੂ ਇਸ ਸਕ੍ਰਿਪਚਰ ਰੀਡਿੰਗ ਲਈ। ਹੁਣ ਅਸੀਂ ਪਾਸਟਰ ਐਰਿਕ ਸਰਵਾਰ ਦੇ ਨਾਲ ਕਲਾਮ ਦੇ ਰਿਫਲੈਕਸ਼ਨ ਤੇ ਇੰਟਰਪ੍ਰੀਟੇਸ਼ਨ ਵਿੱਚ ਜਾਵਾਂਗੇ। ਬਹੁਤ ਬਹੁਤ ਸ਼ੁਕਰੀਆ ਐਂਜਲ, ज्योति और अंकल जोशुआ। और ਜਿਹੜਾ ਅੱਜ ਜ਼ਬੂਰ 48 ਅੱਜ ਪੜ੍ਹਿਆ ਗਿਆ ਵੇ ਤੁਹਾਡੇ ਸਾਹਮਣੇ, ਇਹ ਜ਼ਬੂਰ 48 ਬੜਾ ਕਾਮਨ ਤੇ ਬੜਾ ਆਮ ਜ਼ਬੂਰ ਹੈ। ਕੋਈ ਐਸਾ ਸਾਡੇ ਇੰਡੀਆ ਪਾਕਿਸਤਾਨ ਦੇ ਵਿੱਚ ਚਰਚ ਨਹੀਂ ਹੈ ਕਿ ਜਿਹਨੂੰ ਇਹ ਜ਼ਬੂਰ ਦਾ ਦੂਸਰਾ ਹਿੱਸਾ ਜਿਹੜਾ 9ਵੀਂ ਆਇਤ ਤੋਂ ਸ਼ੁਰੂ ਹੁੰਦਾ ਵੇ ਉਹ ਨਾ ਗਾਉਂਦੇ ਹੋਣ। ਔਰ ਚੂੰਕਿ ਅੰਕਲ ਜੋਸ਼ੁਆ ਸਾਡੇ ਚੋਂ ਸਾਰਿਆਂ ਨਾਲੋਂ ਅੱਛੀ ਆਵਾਜ਼ ਅੰਕਲ ਜੋਸ਼ੁਆ ਦੀ ਹੈ ਤੇ ਜਾਂ ਐਂਜਲ ਦੀ, ਤੇ ਇਸ ਲਈ ਅਸੀਂ ਰਿਕੁਐਸਟ ਕਰਾਂਗੇ ਅੰਕਲ ਜੋਸ਼ੁਆ ਨੂੰ ਵੀ ਤੇ ਐਂਜਲ ਨੂੰ ਵੀ ਇੱਕ ਇੱਕ ਲਾਈਨ ਜਿਹੜੀ ਹੈ ਨਾ ਇਹਦੇ ਪਹਿਲੀ ਆਇਤ ਜਿਹੜੀ ਨਾ ਤੇਰੀ ਹੈਕਲ ਦੇ ਵਿੱਚ ਕੀਤਾ ਤੇਰੀ ਰਹਿਮਤ ਤੇ ਧਿਆਨ, ਉਹਨੂੰ ਅਗਰ ਇੱਕ ਇੱਕ ਲਾਈਨ ਅਸੀਂ ਗਾਈਏ ਤੇ ਤਾਂ ਕਿ ਸਾਡੇ ਸੁਣਨ ਵਾਲੇ ਵੀ ਸਾਡੇ ਨਾਲ ਸ਼ਾਮਲ ਹੋ ਸਕਣ।
जी अंकल तेरी हैकल दे विच कीता तेरी रहमत ते आन तेरी हैकल दे विच कीता तेरी रहमत ते आन भरपूर सच्चा तेरा सच्चाई नाल रहमान भरपूर सच्चा तेरा सच्चाई नाल रहमान। थैंक यू जी, थैंक यू अंकल जी, वाह वाह। एंजल ट्राई कर सकते हैं? हाँ जी, आज एक्चुअली मैं ये ज़बूर पढ़िया नहीं सी, मैंने लग्या पास अंकल जोशुआ ही पढ़नगे ये वाला। अच्छा चलो कोई गल नहीं। सो जी ਤੁਹਾਨੂੰ ਸਾਰਿਆਂ ਨੂੰ ਪਤਾ ਵੇ ਕਿ ਇਹ ਟਿਊਨ ਔਰ ਇਹ ਕੰਪੋਜੀਸ਼ਨ ਜਿਹੜੀ ਹੈ ਅਸੀਂ ਸਾਰੇ ਬੜੇ ਖੁਸ਼ੀ ਦੇ ਨਾਲ ਗਾਉਂਦੇ ਆ। ਕੰਗਰੀਗੇਸ਼ਨਲ ਜ਼ਬੂਰ ਹੈ ਔਰ ਅਸੀਂ ਸਾਰੇ ਇਹਨੂੰ ਗਾਉਂਦੇ ਆ। ਤੋ ਅੱਜ ਅਸੀਂ ਖੁਦਾ ਦੇ ਕਲਾਮ ਵਿੱਚੋਂ ਥੋੜੀ ਦੇਰ ਲਈ ਵੇਖਾਂਗੇ ਔਰ ਸਾਨੂੰ ਕੱਲ ਪਤਾ ਲੱਗਾ ਕਿ ਸਾਡਾ ਪ੍ਰੋਗਰਾਮ ਘੰਟੇ ਘੰਟੇ ਟੁਰ ਗਿਆ ਵੇ। ਤੇ ਮੈਨੂੰ ਪਤਾ ਜਿਹੜੇ ਵੇਖਣ ਵਾਲੇ ਲੋਕ ਨੇ ਉਹ ਯਕੀਨਨ ਬੋਰ ਹੋ ਜਾਂਦੇ ਹੋਣਗੇ ਕਿਉਂਕਿ ਇੱਕ ਜ਼ਬੂਰ ਨੂੰ ਜਾਂ ਇੱਕ ਲਫ਼ਜ਼ ਨੂੰ ਅਗਰ ਜਾਂ ਆਇਤ ਬਾ ਆਇਤ ਜਾਈਏ ਤੇ ਸਾਨੂੰ ਇੱਕ ਪ੍ਰੋਪਰ ਪੂਰੇ ਸੈਸ਼ਨ ਕਿਉਂਕਿ ਦਿਸ ਅ ਟੀਚਿੰਗ ਸੈਸ਼ਨ ਲੇਕਿਨ ਅਸੀਂ ਚੁੱਕ ਇਹਨੂੰ ਡਿਵੋਸ਼ਨਲ ਰੱਖਣਾ ਚਾਹੁੰਦੇ ਆ। ਸੋ ਇਸ ਲਈ ਅੱਜ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹਨੂੰ ਆਪਣੇ ਘੱਟ ਤੋਂ ਘੱਟ ਟਾਈਮ ਦੇ ਵਿੱਚ ਜਿਹੜੇ ਮੇਨ ਥੀਮ ਨੇ ਜਿਹੜੇ ਉਹਨਾਂ ਨੂੰ ਅਸੀਂ ਗੌਰ ਕਰ ਸਕੀਏ, ਉਹਨਾਂ ਨੂੰ ਸਮਝ ਸਕੀਏ। ਸੋ ਜਿਵੇਂ ਮੈਂ ਗੱਲ ਕੀਤੀ ਸੀ ਪਹਿਲਾਂ ਵੀ ਕਿ ਅਸੀਂ ਉਸ ਸੈੱਟ ਦੇ ਵਿੱਚ ਆ ਜਿਹਦੇ ਵਿੱਚ ਇਹ ਜਿਹੜਾ ਜ਼ਬੂਰ ਹੈ ਇਹ ਪਾਰਟ ਨੰਬਰ 2 ਜਿਹੜੀ ਕਿਤਾਬ ਹੈ 5 ਹਿੱਸੇ ਨੇ ਜ਼ਬੂਰਾਂ ਦੀ ਕਿਤਾਬ ਦੇ, ਦੂਜੇ ਨੰਬਰ ਦੀ ਕਿਤਾਬ ਦੇ ਵਿੱਚ ਅਸੀਂ ਸ਼ਾਮਲ ਆ। ਔਰ ਇਹ ਜਿਹੜਾ ਜ਼ਬੂਰ ਹੈ ਅਗਰ ਅਸੀਂ ਜ਼ਬੂਰਾਂ ਦੀ ਕਿਤਾਬ ਨੂੰ ਹਿੱਸਿਆਂ ਚੋਂ ਕੱਢ ਕੇ ਔਰ ਥੀਮੈਟਿਕ ਵਾਈਜ਼ ਜਿਹੜਾ ਥੀਮ ਹੈ ਅਗਰ ਉਹਦੇ ਵਾਈਜ਼ ਇਹਨੂੰ ਤਕਸੀਮ ਕਰੀਏ ਤੇ ਇਹ ਜਿਹੜਾ ਜ਼ਬੂਰ ਹੈ ਇਹ ਆਉਂਦਾ ਵੇ ਉਸ ਕੈਟੇਗਰੀ ਦੇ ਵਿੱਚ ਜਿਹਨੂੰ ਸੌਂਗਸ ਆਫ ਜ਼ਾਇਨ ਕਿਹਾ ਜਾਂਦਾ ਵੇ, ਯਾਨੀ ਸਿਯੋਨ ਦੇ ਗੀਤ ਜਿਹਨੂੰ ਕਿਹਾ ਜਾਂਦਾ ਵੇ। ਸਾਡੇ ਪਾਕਿਸਤਾਨ ਦੇ ਵਿੱਚ ਇੱਕ ਗੀਤਾਂ ਦੀ ਕਿਤਾਬ ਵੀ ਛਪੀ ਸੀ ਜਿਹਨੂੰ ਉਹਦਾ ਟਾਈਟਲ ਹੀ ਰੱਖਿਆ ਸੀ ਉਹਨਾਂ ਸਿਯੋਨ ਕੇ ਗੀਤ। ਔਰ ਇੰਡੀਆ ਚ ਵੀ ਇੰਜ ਦੀ ਕਿਤਾਬ ਹੋਏਗੀ ਮੈਨੂੰ ਉਮੀਦ ਹੈ। ਲੇਕਿਨ ਇਹ ਪੂਰੀ ਇੱਕ ਕੈਟੇਗਰੀ ਹੈ ਕਿ ਜਿਹੜੀ 5 ਕਿਤਾਬਾਂ ਦੇ ਵਿੱਚੋਂ ਉਹਨਾਂ ਥੀਮੈਟਿਕਲੀ ਜਿਹੜੇ ਜ਼ਬੂਰਾਂ ਤੇ ਸਿਰਫ ਸਿਯੋਨ ਦਾ ਜ਼ਿਕਰ ਹੈ ਜਾਂ ਕੋਹੇ ਸਿਯੋਨ ਦਾ ਜ਼ਿਕਰ ਹੈ ਉਹਨਾਂ ਨੂੰ ਥੀਮੈਟਿਕਲੀ ਇੱਕ ਗਰੁੱਪ ਬਣਾ ਦਿੱਤਾ ਵੇ। ਤਕਰੀਬਨ ਜਿਹੜੇ ਸਿਯੋਨ ਦੇ ਜ਼ਬੂਰ ਨੇ ਤਕਰੀਬਨ 150 ਜ਼ਬੂਰਾਂ ਦੇ ਵਿੱਚੋਂ 84 ਤਕਰੀਬਨ ਜ਼ਬੂਰ ਨੇ ਜਿਹੜੇ ਉਸ ਕੈਟੇਗਰੀ ਦੇ ਵਿੱਚ ਆਉਂਦੇ ਨੇ। ਸੋ 84 ਜ਼ਬੂਰਾਂ ਦਾ ਟੌਪਿਕ ਜਿਹੜਾ ਵੇ ਨਾ ਉਹ ਜ਼ਾਇਨ ਹੈ, ਕੋਹੇ ਸਿਯੋਨ ਹੈ, ਮਾਊਂਟ ਜ਼ਾਇਨ ਪਹਾੜ ਖੁਦਾ ਦਾ। ਠੀਕ ਹੈ, ਪਹਿਲੀ ਗੱਲ ਤੇ ਆ ਗਿਆ। ਦੂਸਰੇ ਨੰਬਰ ਤੇ ਜਿਹੜਾ ਇਹ ਜ਼ਬੂਰ ਹੈ ਇਹ ਜਿਊਸ਼ ਟ੍ਰੈਡੀਸ਼ਨ ਦੇ ਮੁਤਾਬਕ ਜਿਹੜਾ ਵੇ ਜਿਹੜਾ ਫਾਰਮ ਕੀਤਾ ਗਿਆ ਸੀ ਜਾਂ ਇਹਨੂੰ ਜਦੋਂ ਸ਼ਾਮਲ ਕੀਤਾ ਗਿਆ ਜ਼ਬੂਰਾਂ ਦੀ ਕਿਤਾਬ ਦੇ ਜਦੋਂ ਉਹਨਾਂ ਕੰਪਾਈਲ ਕੀਤਾ ਇਹਨੂੰ ਤੇ ਕਿਹਾ ਇਹ ਜਾਂਦਾ ਵੇ ਕਿ ਜਦੋਂ ਬਾਬਲੀ ਅਸੀਰੀ ਤੋਂ ਵਾਪਸ ਆਉਣ ਦੇ ਬਾਅਦ ਜਦੋਂ ਸੈਕੰਡ ਟੈਂਪਲ ਅਜ਼ਰਾ ਨਹਿਮੀਆ ਦੇ ਦੌਰ ਜਦੋਂ ਬਣਿਆ ਵੇ ਤੇ ਉਦੋਂ ਫਿਰ ਜਿਹੜੀ ਲਿਟਰਜੀ ਸੀ ਉਹਦੇ ਵਿੱਚ ਇਹਨੂੰ ਸ਼ਾਮਲ ਕੀਤਾ ਗਿਆ ਸੀ ਔਰ ਇਹਨੂੰ ਜਿਹੜਾ ਵੇ ਰੱਖਿਆ ਗਿਆ ਸੀ। ਲੇਕਿਨ ਉਹ ਨਸਲ ਹਾਲੇ ਤੱਕ ਜ਼ਿੰਦਾ ਸੀ ਜਿਨ੍ਹਾਂ ਨੇ ਪਹਿਲੀ ਸੁਲੇਮਾਨ ਦੀ ਹੈਕਲ ਵੇਖੀ ਸੀ। ਸੋ ਇਸ ਲਈ ਉਹਨਾਂ ਦੇ ਜ਼ਿਹਨਾਂ ਦੇ ਵਿੱਚ ਜਿਹੜਾ ਜਾਹੋ ਜਲਾਲ ਔਰ ਹਸ਼ਮਤ ਔਰ ਜਿਹੜਾ ਮੈਜੈਸਟੀ ਸੀ ਜਿਹੜੀ ਪਹਿਲੇ ਹੈਕਲ ਸੁਲੇਮਾਨ ਜਿਹੜੀ ਬਣਾਈ ਸੀ ਉਹ ਹਾਲੇ ਤੱਕ ਕਈਆਂ ਲੋਕਾਂ ਨੇ ਜਿਹੜੇ ਬਜ਼ੁਰਗ ਲੋਕ ਸਨ ਉਹਨਾਂ ਦੇ ਜ਼ਿਹਨਾਂ 'ਚ ਹਾਲੇ ਵੀ ਹੈ ਸੀ। ਤੀਜੇ ਨੰਬਰ ਤੇ ਮੋਸਟਲੀ ਲਿਟਰਜੀਕਲ ਜਿਹੜਾ ਆਰਡਰ ਸੀ। ਲਿਟਰਜੀ ਮੈਂ ਸਮਝਾ ਰਹਾ ਜਿਹਨਾਂ ਲੋਕਾਂ ਨੂੰ ਲਤੋਰੀਆ ਦਾ ਨਹੀਂ ਪਤਾ। ਲਿਟਰਜੀ ਦਾ ਮਤਲਬ ਹੈ ਵੇ ਕਿ ਜਿੰਨੇ ਸਾਡੇ ਟ੍ਰੈਡੀਸ਼ਨਲ ਚਰਚਸ ਇਹਨਾਂ ਦੇ ਵਿੱਚ ਐਂਸ਼ੀਐਂਟ ਚਰਚ, ਆਰਥੋਡਾਕਸ ਚਰਚ, ਈਸਟਰਨ ਆਰਥੋਡਾਕਸ ਜਾਂ ਗ੍ਰੀਕ ਆਰਥੋਡਾਕਸ, ਰੋਮਨ ਕੈਥੋਲਿਕ ਚਰਚ, ਪ੍ਰੈਸਬਿਟੀਰੀਅਨ ਨੇ, ਐਂਗਲੀਕਨ ਨੇ, ਤੁਹਾਂ ਵੇਖਿਆ ਹੋਏਗਾ ਕਿ ਹਰ ਇਬਾਦਤ ਜਿਹੜੀ ਹੈ ਉਸ ਇਬਾਦਤ ਦੀ ਤਰਤੀਬ ਜਿਹੜੀ ਹੈ ਕਿ ਤੁਹਾਂ ਕਿਹੜੇ ਹਵਾਲੇ ਪੜ੍ਹਨੇ ਨੇ, ਤੁਹਾਂ ਕਿਹੜੀਆਂ ਦੁਆਵਾਂ ਕਰਨੀਆਂ ਨੇ। ਬੁੱਕ ਆਫ ਕਾਮਨ ਪ੍ਰੇਅਰ ਹੈ ਜਿਵੇਂ ਚਰਚ ਆਫ ਪਾਕਿਸਤਾਨ, ਚਰਚ ਆਫ ਇੰਡੀਆ ਦੀ ਜਾਂ ਐਂਗਲੀਕਨ ਚਰਚ ਦੀ, ਉਹ ਉਸੇ ਕਿਤਾਬ ਦੇ ਵਿੱਚੋਂ ਵੇਖ ਕੇ ਉਹਨਾਂ ਹਵਾਲੇ ਪੜ੍ਹਨੇ ਨੇ, ਦੁਆਵਾਂ ਕਰਨੀਆਂ ਨੇ, ਜ਼ਬੂਰ ਗੀਤ, ਹਰ ਚੀਜ਼ ਫਿਕਸ ਹੁੰਦੀ ਹੈ ਕਿ ਪੂਰੇ ਸਾਲ ਦੇ ਵਿੱਚ ਹਰ ਸੰਡੇ ਤੁਸੀਂ ਕੀ ਕਰਨਾ ਵੇ, ਕਲੀਸਿਆ ਨੇ ਜਵਾਬ ਕੀ ਦੇਣਾ ਵੇ, ਲੀਡਰ ਨੇ, ਵਰਸ਼ਿਪ ਲੀਡਰ ਨੇ ਪੜ੍ਹਨਾ ਕੀ ਹੈ। ਸੋ ਦੈਟਸ ਕਾਲਡ ਲਿਟੋਰੀਆ ਜਾਂ ਲਿਟਰਜੀ ਜਿਹਨੂੰ ਕਿਹਾ ਜਾਂਦਾ ਹੈ। ਸੋ ਜਿਹੜੀ ਟੈਂਪਲ ਲਿਟਰਜੀ ਸੀ ਉਹਦੇ ਵਿੱਚ ਜ਼ਬੂਰ 48 ਜਿਹੜਾ ਵੇ ਇਹ ਗਾਇਆ ਜਾਂਦਾ ਸੀ ਹਫਤੇ ਦੇ ਦੂਜੇ ਦਿਨ। ਇਹ ਦਿਨ ਹਫਤੇ ਦਾ ਮਤਲਬ ਸਾਡਾ ਹਫਤੇ ਦਾ ਦੂਜਾ ਦਿਨ ਨਹੀਂ, ਯਹੂਦੀ ਹਫਤੇ ਦਾ ਦੂਜਾ ਦਿਨ ਜਿਹੜਾ ਵੇ। ਸੋ ਯਹੂਦੀ 7ਵਾਂ ਦਿਨ ਕੀ ਹੈ ਜੀ? ਸੈਟਰਡੇ। ਓਕੇ, ਇਟ ਮੀਨਸ ਸੰਡੇ ਇਜ਼ ਦ ਫਸਟ ਡੇ ਐਂਡ ਮੰਡੇ। ਔਰ ਮੰਡੇ ਵੀ ਤੁਹਾਨੂੰ ਪਤਾ ਵੇ ਕਿ ਜਿਹੜੇ ਜਿਊਸ਼ ਲਿਟਰਜੀ ਸੀ ਉਹ ਮੰਡੇ ਨੂੰ ਇਹਨੂੰ ਇਸ ਲਈ ਗਾਉਂਦੇ ਹਨ ਕਿਉਂਕਿ ਤੁਹਾਨੂੰ ਪਤਾ ਨਾ ਪੂਰਾ ਹਫਤਾ ਜਿਹੜਾ ਹੁੰਦਾ ਸੀ ਸਬਤ ਤੱਕ ਸੁਬਾ ਔਰ ਸ਼ਾਮ ਦੀ ਜਿਹੜੀ ਹੁੰਦੀਆਂ ਹਨ ਦੁਆਵਾਂ ਹੁੰਦੀਆਂ ਸਨ। ਠੀਕ ਹੈ, ਸੁਬਾ ਦੀ ਲਿਟਰਜੀ ਔਰ ਸ਼ਾਮ ਦੀ ਲਿਟਰਜੀ। ਜਿਵੇਂ ਅਸਾਂ ਕੱਲ ਸਿੱਖਿਆ ਸੀ
ਕਿ ਜਿਹੜੇ ਬਨੀ ਕੋਹਰਾ ਸਨ ਉਹਨਾਂ ਨੂੰ ਇਹ ਡਿਊਟੀਆਂ ਲੱਗੀਆਂ ਸਨ ਉਹਨਾਂ ਦੀਆਂ ਕਿ ਉਹਨਾਂ ਸਵੇਰ ਔਰ ਸ਼ਾਮ ਦੀ ਜਿਹੜੀ ਉਹਨਾਂ ਦੀ ਇਬਾਦਤ ਹੋਣੀ ਹੈ ਉਹਦੇ ਵਿੱਚ ਉਹਨਾਂ ਨੇ ਉਹਨੂੰ ਸ਼ਾਮਲ ਕਰਨਾ ਵੇ। ਤੁਹਾਨੂੰ ਯਾਦ ਹੋਏਗਾ ਕਿ ਸਵੇਰ ਸ਼ਾਮ ਦੀ ਦੁਆਵਾਂ ਜਮਾਤੀ ਦੁਆਵਾਂ ਹੁੰਦੀਆਂ ਨੇ, ਯਾਨੀ ਜਮਾਤ ਇਕੱਠੀ ਹੁੰਦੀ ਸੀ। ਨਵੇਂ ਨਾਮੇ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਵੀ ਜਾਂਦੇ ਹਨ ਹੈਕਲ ਦੇ ਵਿੱਚ ਦੁਆ ਕਰਨ ਲਈ ਔਰ ਉੱਥੇ ਮੌਜੂਦ ਸਨ। ਔਰ ਯਿਸੂ ਮਸੀਹ ਦੇ ਸ਼ਾਗਿਰਦ ਰਸੂਲਾਂ ਦੇ ਮਾਲ ਦੇ ਵਿੱਚ ਤੁਸੀਂ ਪੜ੍ਹਦੇ ਦੂਸਰੇ ਬਾਬ ਦੇ ਵਿੱਚ ਜਦੋਂ ਉਹਨਾਂ ਜਨਮ ਦੇ ਲੰਗੜੇ ਨੂੰ ਠੀਕ ਕੀਤਾ ਵੀ ਲਿਖਿਆ ਯਾਕੂਬ ਔਰ ਯਹੋਨਾ ਦੋਵੇਂ ਕਿੱਥੇ ਜਾ ਰਹੇ ਹਨ? ਹੈਕਲ ਵੱਲ ਦੁਆ ਕਰਨ ਜਾ ਰਹੇ ਹਨ। ਠੀਕ ਹੈ, that was their evening prayer time. ਸੋ ਜਿਊਇਸ਼ ਲੋਕ ਸਨ ਸਾਰੇ। ਸੋ ਅਸੀਂ ਇਹ ਵੇਖਦੇ ਹਾਂ ਕਿ ਇਹ ਜ਼ਬੂਰ ਉਹ ਕਹਿੰਦੇ ਨੇ ਕਿ ਮੰਡੇ ਲਿਟਰਜੀ ਨੂੰ ਜਦੋਂ ਸ਼ਾਮ ਪੈਂਦੀ ਸੀ, ਸ਼ਾਮ ਦੀ ਜਦੋਂ ਦੁਆ ਹੁੰਦੀ ਸੀ, ਉਹ ਉਦੋਂ ਇਸ ਜ਼ਬੂਰ ਦੇ ਨਾਲ ਮੰਡੇ ਜਾਂ ਹਫਤੇ ਦਾ ਦੂਜਾ ਦਿਨ ਜਿਹੜਾ ਹੁੰਦਾ ਸੀ ਉਹਨੂੰ ਉਹ ਕੀ ਕਰਦੇ ਹਨ? ਇਖਤਤਾਮ ਜਾਂ ਉਹਨੂੰ ਖਤਮ ਕਰਦੇ ਹਨ, ਇਹ ਜ਼ਬੂਰ ਗਾ ਕੇ ਕਰਦੇ ਹਨ। ਠੀਕ ਹੈ। ਸੋ ਤੀਸਰੀ ਔਰ ਇੰਪੋਰਟੈਂਟ ਗੱਲ ਜਿਹੜੀ ਹੈ ਜ਼ਬੂਰ ਦੀ ਉਹ ਹੈ ਵੇ ਕਿ ਜਿਹੜੇ ਯਹੂਦੀ ਰਹਿਬਾਈ ਨੇ ਉਹ ਕਹਿੰਦੇ ਨੇ ਕਿ ਜੀ ਮੰਡੇ ਦਾ ਦਿਨ ਜਿਹੜਾ ਵੇ ਜ਼ਬੂਰ ਕਿਉਂ ਰੱਖਿਆ ਗਿਆ ਸੀ? ਕਿਉਂਕਿ ਆਂਦੇ ਨੇ ਕਿ ਮੰਡੇ ਵਾਲੇ ਦਿਨ ਖੁਦਾ ਨੇ ਜ਼ਮੀਨ ਤੇ ਆਸਮਾਨ ਦਾ ਜਿਹੜਾ ਕ੍ਰੀਏਟਿਵ ਆਰਡਰ ਸੀ, ਜਿਹੜਾ ਕ੍ਰੀਏਸ਼ਨ ਸੀ, ਖੁਦਾ ਨੇ ਮਟੀਰੀਅਲਿਸਟਿਕ ਔਰ ਸਪਿਰਿਚੁਅਲ ਵਰਲਡ ਨੂੰ ਜਿਹੜਾ ਤਖਲੀਕ ਕੀਤਾ ਸੀ, that was Monday, दूसरा दिन हुआ, जिथे लिखा ना बाइबल मुकद्दस दे विच। सो खुदा ने ऊपर के पानियों को जुदा किया और नीचे के पानी को जुदा किया और जेड़ा उत्थे वे ना सेपरेशन जेडी कीती है खुदा ने celestial world दी, spiritual world दी और material world दी, visible invisible जेड़ा वे, they think that was the second day ਔਰ ਇਸੇ ਲਈ ਉਹ ਇਹ ਜ਼ਬੂਰ ਨੂੰ ਮੰਡੇ ਵਾਲੇ ਦਿਨ ਸ਼ਾਮ ਨੂੰ ਗਾਉਂਦੇ ਹਨ। ਕਿਉਂਕਿ ਤੁਸੀਂ ਵੇਖੋਗੇ ਕਿ ਜ਼ਬੂਰ ਜਾਂ ਅਗਲਾ ਦਿਨ ਉਹਨਾਂ ਦਾ ਪੈਦਾਇਸ਼ ਦੀ ਕਿਤਾਬ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਕਿਵੇਂ ਖਤਮ ਕਰਦੇ ਨੇ? ਉਹ ਐਂ ਨਹੀਂ ਕਰਦੇ ਕਿ ਅੱਧੀ ਰਾਤ ਨੂੰ 12 ਵਜ ਗਏ ਤੇ ਦੂਜਾ ਦਿਨ ਹੋ ਗਿਆ। ਕਿਆ ਹੈ? ਸ਼ਾਮ ਹੋਈ ਔਰ ਸਵੇਰ ਹੋਈ। ਪਹਿਲਾਂ ਕੀ ਹੋ ਰਹੀ ਹੈ? ਪਹਿਲਾਂ ਸ਼ਾਮ ਹੋ ਰਹੀ ਹੈ, ਪਹਿਲਾਂ ਸਵੇਰ ਨਹੀਂ ਹੋ ਰਹੀ। ਓਕੇ, ਸੋ ਵੀ ਨੀਡ ਟੂ ਅੰਡਰਸਟੈਂਡ ਕਿ ਜਿਊਇਸ਼ ਮਾਈਂਡ ਜਾਂ ਜਿਊਇਸ਼ ਕੈਲੰਡਰ ਜਿਹੜਾ ਵੇ ਅਗਲਾ ਦਿਨ ਸ਼ੁਰੂ ਹੋ ਜਾਂਦਾ ਵੇ ਜਦੋਂ ਸ਼ਾਮ ਪੈ ਜਾਂਦੀ ਹੈ, ਅਗਲਾ ਦਿਨ ਕੀ ਹੋ ਗਿਆ? शुरू हो गया। ठीक है। सो शाम हुई सुबह हुई, पहला दिन हुआ। शाम हुई सुबह हुई, दूसरा दिन हुआ। सो दैट्स द वे ਇਸ ਤਰੀਕੇ ਦੇ ਨਾਲ ਉਹ ਦਿਨ ਨੂੰ ਕਾਊਂਟ ਕਰਦੇ ਹਨ। ਸੋ ਅਸੀਂ ਜਦੋਂ ਅੱਜ ਜਿਹੜਾ ਇਸ ਜ਼ਬੂਰ ਦੇ ਵਿੱਚੋਂ ਮੈਂ ਤੁਹਾਡੇ ਸਾਹਮਣੇ ਸਿਰਫ 3 ਮੇਜਰ ਥੀਮ ਰੱਖਾਂਗਾ। 3 ਮੇਜਰ ਥੀਮ ਨੇ। ਨੰਬਰ 1 ਜਿਹੜਾ ਥੀਮ ਹੈ ਉਹ ਪਹਿਲੀ ਆਇਤ ਦੇ ਵਿੱਚ ਹਮਾਰੇ ਖੁਦਾ ਕੇ ਸ਼ਹਿਰ में। ਸੋ ਸ਼ਹਿਰ ਕਿਹਦੀ ਗੱਲ ਹੋਣ ਰਹੀ ਹੈ? यरूशलेम। ओके, और अपने कोहे मुकद्दस पर। कोहे मुकद्दस ਕਿਹੜਾ ਵੇ? कोहे सिय्योन। ठीक है जी। तीसरी ਜਿਹੜਾ ਫੋਕਸ ਹੋਏਗਾ ਸਾਡਾ, ਅਸੀਂ ਫੋਕਸ ਕਰਾਂਗੇ ਸ਼ਹਿਰ ਤੇ, ਅਸੀਂ ਫੋਕਸ ਕਰਾਂਗੇ ਪਹਾੜ ਤੇ। ਠੀਕ ਹੈ। ਔਰ ਅਸੀਂ ਫੋਕਸ ਕਰਾਂਗੇ ਖੁਦਾ ਦੀ ਜ਼ਾਤ ਤੇ, ਕਿਉਂਕਿ ਲਿਖਿਆ ਹੈ ਖੁਦਾਵੰਦ ਬਜ਼ੁਰਗ ਔਰ ਬੇਹੱਦ ਸਤਾਇਸ਼ ਕੇ ਕੀਏ ਲਾਇਕ। ਠੀਕ ਹੈ ਜੀ। तो अगली फिर ਜਿਹੜੀ ਦੂਸਰੀ ਆਇਤ ਵੇਖੋਗੇ फिर अगेन शिमाल की जानिब कोहे सिय्योन जो बड़े बादशाह का की है ਸ਼ਹਿਰ ਹੈ। ਇੱਕੋ ਹੀ ਗੱਲ ਲੇਕਿਨ ਉਹਨੂੰ ਰਿਪੀਟ ਕਰਕੇ ਇਨ ਅਨਦਰ ਵੇ, ਇੱਕੋ ਹੀ ਗੱਲ ਨੂੰ ਥੀਮ ਇੱਕ ਹੀ ਵਿੱਚ ਲੇਕਿਨ ਉਹਨੂੰ ਦੂਜੇ ਅੰਦਾਜ਼ ਨਾਲ ਸ਼ਾਇਰੀ ਦੇ ਵਿੱਚ ਉਹਨੂੰ ਪੇਸ਼ ਕੀਤਾ ਗਿਆ ਵੇ। ਉਹਦੇ ਬਾਅਦ ਜਿਹੜੀ ਸੈਕੰਡ ਪਾਰਟ ਹੈ ਉਹ ਵੇ ਸਾਡਾ ਚੌਥੀ ਆਇਤ ਤੋਂ ਲੈ ਕੇ ਤੇ 7ਵੀਂ ਆਇਤ ਤੱਕ, ਜਿੱਥੇ ਇੱਕ ਯਰੂਸ਼ਲਮ ਤੁਸੀਂ ਵੇਖੋਗੇ ਅੱਜ ਤੋਂ ਲੈ ਕੇ ਪਿਛਲੇ ਆਪਣਾ ਜਦੋਂ ਦਾ ਸ਼ਹਿਰ ਕਾਇਮ ਹੋਇਆ ਵੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਸ਼ਹਿਰ ਬੜੀ ਵਾਰੀ ਤਬਾਹ ਬਰਬਾਦ ਹੋਇਆ, ਬੜੇ ਹਮਲੇ ਇਹਨੇ ਵੇਖੇ, ਬੜੀ ਵਾਰੀ ਉਜੜਿਆ ਵੇ, ਲੇਕਿਨ ਹਰ ਵਾਰੀ ਖੁਦਾ ਨੇ ਇਹਨੂੰ ਕੀ ਕੀਤਾ ਵੇ? ਦੁਬਾਰਾ ਖੜਾ ਕੀਤਾ ਵੇ। ਠੀਕ ਹੈ। ਰੀਸੈਂਟਲੀ ਅਸੀਂ ਵੇਖਦੇ ਆ ਕਿ ਟਰੰਪ ਪ੍ਰੈਜ਼ੀਡੈਂਟ ਦੇ ਦੌਰ ਦੇ ਵਿੱਚ ਤਲ ਅਬੀਬ ਤੋਂ ਜਿਹੜਾ ਸੀ ਦਾਰੁਲ ਹੁਕੂਮਤ ਇਸਰਾਈਲ ਦਾ, ਉਹ ਕਿੱਥੇ ਮੂਵ ਹੋ ਗਿਆ ਸੀ? ਯਰੂਸ਼ਲਮ ਦੇ ਵਿੱਚ। ਠੀਕ ਹੈ। ਦੁਨੀਆ ਬੜਾ ਵੱਡਾ ਪਿਆ ਸੀ ਲੇਕਿਨ ਦੇ ਬਾਵਜੂਦ ਉਹਨਾਂ ਦੁਬਾਰਾ ਤੋਂ ਇਹਨੂੰ ਆਪਣਾ ਬਣਾ ਦਿੱਤਾ ਵੇ ਸ਼ਹਿਰ। 8ਵੀਂ ਆਇਤ ਦੇ ਵਿੱਚ ਅਸੀਂ ਜਿਹੜਾ ਵੇ ਲਸ਼ਕਰਾਂ ਦੇ ਖੁਦਾ ਦਾ ਜ਼ਿਕਰ ਹੈ। ਲਸ਼ਕਰਾਂ ਦਾ ਖੁਦਾ ਅਸੀਂ ਵੇਚ ਚੁੱਕੇ ਹਾਂ ਕਿ ਖੁਦਾ ਦੀ ਫੌਜ, ਖੁਦਾ ਦੀ ਫਰਿਸ਼ਤੇ, ਖੁਦਾ ਦੀ ਜਿਹੜੀ ਅਨਸੀਨ ਫੌਜ ਹੈ ਉਹਦਾ ਜ਼ਿਕਰ ਇੱਥੇ ਕਿ ਖੁਦਾ ਦਾ ਸ਼ਹਿਰ ਲਸ਼ਕਰਾਂ ਦਾ ਖੁਦਾ ਜੋ ਕਿ ਉੱਥੇ ਰਹਿੰਦਾ ਵੇ, ਇਸ ਲਈ ਉਹਦੀ ਫੌਜ ਵੀ ਉੱਥੇ ਵੇ। ਉਹਦੇ ਬਾਅਦ 9ਵੀਂ ਆਇਤ ਦੇ ਵਿੱਚ ਵੇਖੋਗੇ ਕਿ ਹੈਕਲ ਦਾ ਜ਼ਿਕਰ ਹੈ। ਓਕੇ, ਸੋ ਵਾਈ ਹੈਕਲ ਜਾਂ ਖੁਦਾ ਦਾ ਘਰ, ਖੁਦਾ ਦਾ ਮਸਕਨ ਕਿਉਂ ਹੈ? ਕਿਉਂਕਿ ਯਰੂਸ਼ਲਮ ਸ਼ਹਿਰ ਜਿਹੜਾ ਵੇ ਇਹਦੀਆਂ 2 ਵੱਡੀਆਂ ਇੰਪੋਰਟੈਂਟ ਨੇ ਕਰੈਕਟਰਿਸਟਿਕਸ। ਨੰਬਰ 1 ਇਸ ਲਈ ਹੈ ਕਿਉਂਕਿ ਦਾਊਦ ਬਾਦਸ਼ਾਹ ਨੇ ਇਹਨੂੰ ਇਸਰਾਇਲ ਦਾ ਪਹਿਲਾ ਦਾਰੁਲ ਹੁਕੂਮਤ ਜਾਂ ਕੈਪੀਟਲ ਜਿਹੜਾ ਸੀ ਉਹ ਦਾਊਦ ਨੇ ਯਰੂਸ਼ਲਮ ਨੂੰ ਬਣਾਇਆ ਸੀ। So that is the political center of Israel. Even today, ਅੱਜ ਫਿਰ ਦੁਬਾਰਾ ਇਸ ਯਰੂਸ਼ਲਮ ਜਿਹੜਾ ਵੀ ਉਹਨਾਂ ਦਾ ਪੋਲੀਟੀਕਲ ਸੈਂਟਰ ਹੈ। ਠੀਕ ਹੈ। ਨੰਬਰ 2 ਪੋਲੀਟੀਕਲ ਸੈਂਟਰ ਇਸ ਲਈ ਸੀ ਕਿ ਖੁਦਾ ਦੀ ਹੈਕਲ ਔਰ ਖੁਦਾ ਦਾ ਘਰ, ਖੁਦਾ ਦੇ ਅਹਿਦ ਦਾ ਸੰਦੂਕ ਜਿਹੜਾ ਵੇ, ਸੋ ਇਟ ਹੈਜ਼ ਨਾਟ ਓਨਲੀ ਅ ਪੋਲੀਟੀਕਲ ਸਿਗਨੀਫੀਕੈਂਸ ਬਟ ਆਲਸੋ ਸਪਿਰਿਚੁਅਲ ਐਂਡ ਰਿਲੀਜੀਅਸ ਸਿਗਨੀਫੀਕੈਂਸ। ਠੀਕ ਹੈ। ਇਸ ਲਈ ਯਰੂਸ਼ਲਮ ਸ਼ਹਿਰ ਜਿਹੜਾ ਵੇ ਉਹ ਹਰ ਨਸਲ ਔਰ ਹਰ ਦੌਰ ਦੇ ਯਹੂਦੀਆਂ ਵਾਸਤੇ ਉਹਨਾਂ ਦੇ ਦਿਲ ਦੀ ਧੜਕਨ,
ਉਹਨਾਂ ਦੇ ਅੱਖਾਂ ਦਾ ਨੂਰ ਔਰ ਉਹਨਾਂ ਦਾ ਪੂਰਾ ਹਰ ਚੀਜ਼, ਉਹਨਾਂ ਦਾ ਤਨ ਮਨ ਧਨ ਯਰੂਸ਼ਲਮ ਸ਼ਹਿਰ ਵੱਲ ਕੀ ਵੇ ਲੱਗਾ ਰਹਿੰਦਾ ਵੇ। ਤੁਸੀਂ ਵੇਖੋਗੇ ਕਿ ਬੜੀ ਦਿਲਚਸਪ ਕੰਟਰਾਸਟ ਮੈਂ ਤੁਹਾਨੂੰ ਦੱਸਣ ਲੱਗਾ ਵਾਂ। ਪਾਕਿਸਤਾਨੀਆਂ ਅਸੀਂ ਜਦੋਂ ਆਪਣੇ ਗੱਲ ਕਰ ਰਹੇ ਹਾਂ ਇਸਲਾਮ ਦੀ, ਤੁਸੀਂ ਵੇਖੋਗੇ ਕਿ ਇਸਲਾਮ ਨੇ ਆਪਣਾ ਪੋਲੀਟੀਕਲ ਸੈਂਟਰ ਔਰ ਆਪਣਾ ਰਿਲੀਜੀਅਸ ਸੈਂਟਰ ਦੋਵੇਂ ਅਲੱਗ-ਅਲੱਗ ਰੱਖੇ ਨੇ, ਓਕੇ, ਲੇਕਿਨ ਜੁਡਾਇਜ਼ਮ ਨੇ ਇਕੱਠੇ ਰੱਖੇ ਨੇ। ਮਤਲਬ ਐਗਜ਼ਾਮਪਲ ਮੈਂ ਤੁਹਾਨੂੰ ਦੇਣ ਲੱਗਾ ਕਿ ਜਿਹੜੇ ਰਸੂਲ ਸਨ ਉਹਨਾਂ ਨੇ ਮਦੀਨੇ ਤੋਂ ਹੁਕੂਮਤ ਚਲਾਈ, ਲੇਕਿਨ ਮੱਕਾ ਜਿਹੜਾ ਸੀ ਉਹ ਐਨੂਅਲ ਪਿਲਗ੍ਰਿਮੇਜ ਲਈ ਔਰ ਐਨੂਅਲ ਜਿਹੜਾ ਵੇ ਉਹ ਰਿਲੀਜੀਅਸ ਤਵਾਫ ਲਈ ਰੱਖੇ। ਤੁਸੀਂ ਵੇਖੋਗੇ ਕਿ ਪੋਲੀਟੀਕਲ ਕੈਪੀਟਲ ਮਦੀਨਾ, ਲੇਕਿਨ ਰਿਲੀਜੀਅਸ ਕੈਪੀਟਲ ਮੱਕਾ, ਓਕੇ, ਸੈਪਰੇਟ, ਠੀਕ ਹੈ। ਲੇਕਿਨ ਜੂਇਸ਼ ਅੰਡਰਸਟੈਂਡਿੰਗ ਦੇ ਵਿੱਚ ਕਿਉਂਕਿ ਖੁਦਾ ਜਿਹੜਾ ਵੀ ਉਹ ਪੂਰੀ ਕਾਇਨਾਤ ਦਾ ਮਾਲਕ ਹੈ, ਦੁਨੀਆ ਦਾ ਇੰਤਜ਼ਾਮ, ਦੁਨੀਆ ਦੀ ਕੋਈ ਵੀ ਗੱਲ ਜਿਹੜੀ ਹੈ ਖੁਦਾ ਸਾਰੀ ਜ਼ਮੀਨ ਦਾ ਮਾਲਕ ਹੈ। ਸੋ ਇਸ ਲਈ ਉਹਨਾਂ ਦੇ ਖਿਆਲ ਦੇ ਮੁਤਾਬਿਕ ਖੁਦਾ ਦੀ ਹਕੂਮਤ ਜਿਹੜੀ ਹੈ ਔਰ ਖੁਦਾ ਦਾ ਜਿਹੜੇ ਕਿੰਗਡਮ ਹੈ ਉਹ ਉਹਦੇ ਰਹਿਮ ਤੋਂ ਇਨਸਾਨਾਂ ਦੇ ਨਾਲ ਔਰ ਖੁਦਾ ਦੇ ਲੋਕਾਂ ਦੇ ਹਿੱਸੇ ਚ ਕੋਈ ਚੀਜ਼ ਵੀ ਰਹਿਦਾ ਨਹੀਂ ਹੈ, ਭਾਵੇਂ ਗਵਰਨਮੈਂਟ ਹੈ, ਭਾਵੇਂ ਫੈਮਿਲੀ ਹੈ, ਭਾਵੇਂ ਬਿਜ਼ਨਸ ਹੈ, ਕੋਈ ਵੀ ਇਨਸਾਨਾਂ ਦੇ ਨਾਲ ਜੁੜੀ ਹੋਈ ਚੀਜ਼ ਜਿਹੜੀ ਹੈ ਪਬਲਿਕ ਪਲੇਸ ਜਾਂ ਪ੍ਰਾਈਵੇਟ ਪਲੇਸ ਤੇ ਖੁਦਾ ਦੇ ਅਮਲ ਤੋਂ ਔਰ ਖੁਦਾ ਦੀ ਹਜ਼ੂਰੀ ਤੋਂ ਖਾਲੀ ਨਹੀਂ, ਭਾਵੇਂ ਕੋਈ ਵੀ ਚੀਜ਼ ਹੈ। ਸੋ ਯਰੂਸ਼ਲਮ ਅਸੀਂ ਗੱਲ ਕਰਨ ਲੱਗੇ ਹਾਂ ਜੀ ਕਿ ਯਰੂਸ਼ਲਮ ਦੀ ਅਹਿਮੀਅਤ ਮੈਂ ਤੁਹਾਨੂੰ ਦੱਸੀਏ ਉਹਦੀ ਕੀ ਅਹਿਮੀਅਤ ਸੀ, ਠੀਕ ਹੈ। ਲਿਹਾਜ਼ਾ ਦੂਜਾ ਜਿਹੜਾ ਇਹਦੇ ਵਿੱਚ ਇੰਪੋਰਟੈਂਟ ਜਿਹੜਾ ਨੋਟ ਇਹ ਕਰਨ ਵਾਲਾ ਉਹ ਵੇ ਕੋਹੇ ਮੁਕੱਦਸ। ਔਰ ਕੋ ਅਸੀਂ ਕਿਹਨੂੰ ਕਹਿੰਦੇ ਆ? ਤੁਸੀਂ ਜਿਹੜਾ ਪੰਜਾਬੀ ਚ ਪੜ੍ਹੇ ਹੋ ਪਹਿਲੀ ਆਇਤ ਕੀ ਕਿਹਾ ਗਿਆ ਇਹਨੂੰ? ਯਹੋਵਾ ਮਹਾਨ ਹੈ ਅਤੇ ਅਤ ਉਸਤਤ ਦੇ ਯੋਗ ਹੈ, ਸਾਡੇ ਪਰਮੇਸ਼ਵਰ ਦੇ ਨਗਰ ਵਿੱਚ ਉਹਦੇ ਪਵਿੱਤਰ ਪਹਾੜ ਉੱਤੇ। ਪਵਿੱਤਰ ਪਹਾੜ ਉੱਤੇ, ਇੰਟਰਸਟਿੰਗਲੀ ਜੀ ਪਹਾੜ ਤੁਹਾਡੇ ਕੋਲ ਲਫ਼ਜ਼ ਪਹਾੜ ਆਇਆ ਜੀ ਜੋਤੀ? ਹਾਂਜੀ, ਪਵਿੱਤਰ ਪਹਾੜ। ਪਵਿੱਤਰ ਪਹਾੜ, ਓਕੇ, ਇੰਟਰਸਟਿੰਗਲੀ। ਸੋ ਥੋੜੀ ਦੇਰ ਲਈ ਗੌਰ ਕਰਾਂਗੇ ਕਿ ਪਹਾੜਾਂ ਦਾ ਬਾਈਬਲ ਵਿੱਚ ਕੀ ਕੰਮ ਹੈ, ਠੀਕ ਹੈ। ਅਸੀਂ ਤੁਸੀਂ ਵੇਖੋਗੇ ਕਿ ਅਸੀਂ ਬਾਈਬਲ ਨੂੰ ਮੋਸਟਲੀ ਪੜ੍ਹਦੇ ਹਾਂ ਸਪਿਰਿਚੁਅਲ ਪੁਆਇੰਟ ਆਫ ਵਿਊ ਦੇ ਨਾਲ, ਠੀਕ ਹੈ, ਲੇਕਿਨ ਅਸੀਂ ਭੁੱਲ ਜਾਂਦੇ ਹਾਂ ਕਿ ਖੁਦਾ ਨੇ ਆਪਣੇ ਜਿਹੜੇ ਅਹਿਕਾਮ ਦਿੱਤੇ, ਖੁਦਾ ਨੇ ਦੁਨੀਆ ਦੇ ਨਾਲ ਕਨੈਕਟ ਕਰਨ ਲਈ ਆਪਣੇ ਆਪ ਨੂੰ ਦੁਨੀਆ ਦੀਆਂ ਚੀਜ਼ਾਂ ਨੂੰ ਯੂਜ਼ ਕੀਤਾ ਔਰ ਉਹ ਇਮੇਜ ਯੂਜ਼ ਕੀਤੇ ਔਰ ਉਹ ਲੈਂਗੁਏਜ ਯੂਜ਼ ਕੀਤੀ ਜਿਹੜੀ ਅਸੀਂ ਸਮਝ ਸਕਦੇ ਹਾਂ, ਠੀਕ ਹੈ। ਸੋ ਜਿਵੇਂ ਪਾਣੀ ਦਾ, ਪਹਾੜ ਦਾ, ਦਰਖਤਾਂ ਦਾ ਔਰ ਨੇਚਰ ਦਾ, ਬਾਗਾਂ ਦਾ ਔਰ ਫਰੂਟ ਦਾ, ਬਾਕੀ ਨੈਚੁਰਲ ਹਰ ਚੀਜ਼ ਨੂੰ ਖੁਦਾ ਨੇ ਇਸਤੇਮਾਲ ਕੀਤਾ। ਐਂਡ ਜੀ ਪਹਾੜਾਂ ਦਾ ਵੀ ਬਾਈਬਲ ਦੇ ਵਿੱਚ ਬੜਾ ਅਹਿਮ ਕਿਰਦਾਰ ਹੈ, ਠੀਕ ਹੈ। ਮਸਲਨ ਅਸੀਂ ਜਦੋਂ ਹਿਜ਼ਕੀਏਲ ਨਬੀ ਦੀ ਕਿਤਾਬ ਔਰ ਉਹਦਾ 28 ਬਾਬ ਪੜ੍ਹਨੇ ਆ, 28 ਬਾਬ ਦੀ 13 ਤੇ 14 ਆਇਤ ਜ਼ਰਾ ਪੜ੍ਹਿਓ, ਕੋਈ ਵੀ ਕੱਢੇ ਦੋਵਾਂ ਚੋਂ। ਹਿਜ਼ਕੀਏਲ ਨਬੀ ਪੁਰਾਣੇ ਆਦਨਾਮੇ ਦੇ ਵਿੱਚੋਂ ਉਹਦਾ 28 ਬਾਬ ਤੇ 13ਵੀਂ ਤੇ 14ਵੀਂ ਆਇਤ। ਹਿਜ਼ਕੀਏਲ ਨਬੀ, ਹਾਂਜੀ, 28 ਬਾਬ 13 ਤੇ 14 ਆਇਤ। ਤੂੰ ਪਰਮੇਸ਼ਵਰ ਦੇ ਬਾਗ ਅਦਨ ਵਿੱਚ ਰਹਿੰਦਾ ਹੈ ਅਤੇ ਤੂੰ ਹਰ ਤਰ੍ਹਾਂ ਦੇ ਬਹੁਮੁੱਲੇ ਪੱਥਰ ਰੱਖਦਾ ਸਾਂ, ਲਾਲ ਅਕੀਲ, ਸੁਨਹਿਲ, ਤੁਦਿਆ, ਬਿਲੌਰ, ਬੇਰੂਜ, ਸੁਲੇਮਾਨ, ਯਸ਼ਦ, ਨੀਲਮ, ਪੰਨਾ ਅਤੇ ਜਬਰਜਦ। ਤੇਰੇ ਕੋਲ ਸੋਨੇ ਦੇ ਗਹਿਣੇ ਸਨ, ਉਹ ਤੇਰੇ ਰਚੇ ਜਾਣ ਵਾਲੇ ਦਿਨ ਬਣਾਏ ਗਏ ਸਨ। ਹਾਂਜੀ, ਅੱਗੇ ਵੀ ਪੜਿਓ। ਮੈਂ ਤੇਰੀ ਸੁਰੱਖਿਆ ਲਈ ਭਿਅੰਕਰ ਸਵਰਗਦੂਤ ਰੱਖੇ ਸਨ, ਤੂੰ ਮੇਰੇ ਪਵਿੱਤਰ ਪਹਾੜ ਉੱਤੇ ਰਹਿੰਦਾ ਸੀ ਅਤੇ ਚਮਕੀਲੇ ਬਹੁਮੁੱਲੇ। ਥੈਂਕ ਯੂ ਜੀ। ਕਿੱਥੇ ਰਹਿਣਾ ਹੈ ਤੂੰ? ਪਵਿੱਤਰ ਪਹਾੜ ਉੱਤੇ। ਇੰਟਰਸਟਿੰਗਲੀ, ਓਕੇ। ਸੋ ਇਹ ਕਿਹਦੀ ਗੱਲ ਹੋਣ ਡਈ ਹੈ? ਅਕੋਰਡਿੰਗ ਟੂ ਸਕਾਲਰਲੀ ਵਰਲਡ ਔਰ ਜਿੰਨੇ ਮੋਸਟਲੀ ਪੂਰੀ ਦੁਨੀਆ ਦੇ ਵਿੱਚ ਜਿਹੜੇ ਕ੍ਰਿਸਚੀਅਨ ਇੰਟਰਪ੍ਰੀਟਰ ਨੇ, ਉਹ ਇਸ ਗੱਲ ਤੇ ਮੁਤਫਿਕ ਨੇ ਕਿ ਇਹ ਖੁਦਾ ਗੱਲ ਕਰਨ ਡਿਆ ਵੇ ਜਾਂ ਖੁਦਾ ਦਾ ਨਬੀ ਜਿਹੜਾ ਵੇ ਹਿਜ਼ਕੀਏਲ ਉਹ ਰੈਫਰ ਕਰਨ ਡਿਆ ਵੇ ਅਬਲੀਸ ਅਲ, ਸ਼ੈਤਾਨ ਨਾਲ, ਕਿ ਜਿਹੜਾ ਕਿ ਖੁਦਾ ਦੀ ਹਜ਼ੂਰੀ ਦੇ ਵਿੱਚ ਰਹਿੰਦਾ ਹੀ। ਔਰ ਕਿਉਂਕਿ ਅੱਗੇ ਲਿਖਿਆ ਵੇ ਕਿ ਤੂੰ ਆਖਿਆ ਸੀ ਕਿ ਮੈਂ ਆਪਣੇ ਤਖਤ ਨੂੰ ਖੁਦਾ ਦੇ ਤਖਤ ਤੋਂ ਵੀ ਉੱਚਾ ਲੈ ਜਾਵਾਂਗਾ, ਠੀਕ ਹੈ ਨਾ, ਔਰ ਤੂੰ ਖੁਦਾ ਦੇ ਪਵਿੱਤਰ ਪਹਾੜ ਤੇ ਰਹਿਣਾ ਹੈ। ਸੋ ਦੈਟਸ ਇੰਟਰਸਟਿੰਗ ਕੰਟਰਾਸਟ ਕਿ ਖੁਦਾ ਦਾ ਪਹਾੜ ਜਿਹੜਾ ਵੇ, ਪਵਿੱਤਰ ਪਹਾੜ ਜਿਹੜਾ ਵੇ, ਸੋ ਉਹ ਇਮੇਜਰੀ ਹੈ ਔਰ ਪੋਇਟਰੀ ਇਮੇਜ ਯੂਜ਼ ਕੀਤਾ ਗਿਆ ਵੇ ਪਹਾੜ ਦਾ, ਖੁਦਾ ਦੀ ਜਿਹੜੀ ਸੈਲੈਸਟੀਅਲ ਵਰਲਡ ਹੈ, ਅਨਸੀਨ ਵਰਲਡ ਜਿਹੜੀ ਹੈ ਉਹਨੂੰ ਦੱਸਣ ਲਈ, ਠੀਕ ਹੈ। ਔਰ ਇਹਦੇ ਵਿੱਚੋਂ ਤੁਸੀਂ ਵੇਖੋਗੇ ਕਿ ਪਹਾੜ ਜਿਹੜਾ ਵੇ ਉਹਦੀ ਜਿਹੜੀ ਇਮੇਜ ਹੈ ਬਾਈਬਲ ਦੇ ਵਿੱਚ ਉਹ ਵੇ ਪੇਸ਼ ਕਰਦਾ ਵੇ ਖੁਦਾ ਦੀ ਹਜ਼ੂਰੀ,
ਠੀਕ ਹੈ। ਖੁਦਾ ਦੇ ਫਰਿਸ਼ਤਗਾਂ, ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਵੇ, ਉਚਾਈਆਂ, ਪਹਾੜ। ਤੁਸੀਂ ਵੇਖੋਗੇ ਸਾਡੇ ਇੰਡੀਆ ਪਾਕਿਸਤਾਨ ਦੇ ਵਿੱਚ, ਅੰਕਲ ਜੀ ਤੁਹਾਂ ਵੀ ਜਾਂ ਸਿਸਟਰ ਜਯੋਤੀ ਤੁਹਾਂ ਵੀ ਪੜਿਆ ਹੋਏਗਾ, ਅਸੀਂ ਨਾ ਬਚਪਨ ਚ ਕਹਾਣੀਆਂ ਪੜ੍ਹਦੇ ਹਾਂ, ਕੋਹੇ ਕਾਫ ਦਾ ਪਹਾੜ ਜੀ, ਉੱਥੇ ਜਿੰਨ ਰਹਿੰਦੇ ਨੇ ਹੈ, ਔਰ ਜਨਾਬ ਕੋਹੇ ਕਾਫ ਤੇ ਪਰੀਆਂ ਰਹਿੰਦੀਆਂ ਨੇ ਨਾ, ਮਤਲਬ ਕਹਾਣੀਆਂ ਹੋਣੀਆਂ ਬਣੀਆਂ ਹੋਣੀਆਂ ਕਿ ਜੀ ਪਰੀਆਂ ਤੇ ਮਾਰ। ਸਾਡੇ ਪਾਕਿਸਤਾਨ ਦੇ ਵਿੱਚ ਇੱਕ ਝੀਲ ਸੈਫਲ ਮਲੂਕ, ਤੇ ਉਹ ਆਹ ਬਚਪਨ ਵਿੱਚ ਪੜ੍ਹਿਆ ਕਿ ਜੀ ਝੀਲ ਸੈਫਲ ਮਲੂਕ ਤੇ ਜੀ ਪੂਰਨਿਮਾ ਦੀ ਰਾਤ ਨੂੰ ਜੀ ਪਰੀਆਂ ਉਤਰਦੀਆਂ ਨੇ। ਉਹ ਅਸੀਂ ਗਏ ਭਾਈ ਉੱਥੇ, ਜਦੋਂ ਕੈਂਪ, ਮੈਂ ਜਦੋਂ ਪਾਦਰੀ ਬਣਿਆ ਤੇ ਮੈਨੂੰ ਮੌਕਾ ਮਿਲਿਆ ਕੈਂਪ ਬੋਲਣ ਦਾ, ਯੂਥ ਕੈਂਪ ਇੱਕ, ਝੀਲ ਸੈਫਲ ਮਲੂਕ ਤੇ ਮਾਰ ਆਪਣਾ ਉਧਰ, ਨਾ ਕੋਈ ਰਾਤ ਨੂੰ ਪਰੀ ਤੇ ਨਾ ਗੱਲ ਨਾ। ਉਹਨਾਂ ਕਿਹਾ ਜੀ ਆ ਜਿਹੜੀਆਂ ਤੁਹਾਡੇ ਨਾਲ ਜਿਹੜੀਆਂ ਆਈਆਂ ਨੇ, ਆਹ ਪਰੀਆਂ ਨੇ, ਉਤੋਂ ਕੋਈ ਨਹੀਂ ਉਤਰਦੀ, ਠੀਕ ਹੈ। ਸੋ ਮਕਸਦ ਇਹ ਕਹਿਣ ਦਾ ਕਿ ਲੋਕਾਂ ਨੇ ਜਾਂ ਪਹਾੜਾਂ ਦਾ ਜਿਹੜਾ ਕਨਸੈਪਟ ਹੈ ਉਹ ਇਹ ਵੇ ਕਿ ਉਚਾਈ, ਵਿਲਡਰਨੈਸ, ਤਾਰੀਕੀ, ਔਰ ਚੂੰਕਿ ਪਹਾੜ ਜਿਹੜੇ ਨੇ ਉਹ ਅਸਮਾਨ ਜਾਂ ਬੱਦਲਾਂ ਦੇ ਵਿੱਚ ਉਹਨਾਂ ਦੀ ਚੋਟੀ ਲੁਕੀ ਹੁੰਦੀ ਹੈ, ਛੁਪੀ ਹੁੰਦੀ ਹੈ, ਤੇ ਇਸ ਲਈ ਜਿਹੜੇ ਲੋਕਾਂ ਨੇ ਖੁਦਾ ਨਾਲ, ਕਿਸੇ ਦੇਵੀ ਜਾਂ ਦੇਵਤਾ ਦੇ ਨਾਲ ਮੁਲਾਕਾਤ ਕਰਨੀ ਹੁੰਦੀ ਸੀ, ਉਹ ਕਿੱਥੇ ਜਾਂਦਾ ਸੀ? ਉਹ ਪਹਾੜ ਤੇ, ਠੀਕ ਹੈ। ਤੁਸੀਂ ਅੱਜ ਵੇਖੋਗੇ ਤੁਹਾਡੇ ਇੰਡੀਆ ਔਰ ਸਾਡੇ ਪਾਕਿਸਤਾਨ ਦੇ ਵਿੱਚ ਮੋਸਟਲੀ ਦਰਗਾਹਾਂ ਜਾਂ ਮੰਦਿਰ ਕਿੱਥੇ ਬਣੇ ਹੁੰਦੇ ਨੇ? ਪਹਾੜਾਂ ਦੇ ਵਿੱਚ, ਉੱਚੀ ਜਗ੍ਹਾ ਤੇ, ਪਹਾੜ ਤੇ। ਉੱਚੀ ਜਗ੍ਹਾ ਤੇ। ਕਿਉਂ? ਤਸੱਵੁਰ ਐਸੀ ਕਿ ਜਿਹੜੇ ਦੇਵੀ ਜਾਂ ਦੇਵਤਾ ਜਾਂ ਜਿਹੜੀ ਪਾਵਰਫੁਲ ਜਿਹੜੀ ਸੋਰਸ, ਜਿਹੜੀ ਈਵਨ ਇਸਰਾਈਲ ਦੇ ਵਿੱਚ ਵੀ, ਕਿ ਖੁਦਾ ਜਿਹੜਾ ਵੇ ਉਹ ਕਿੱਥੇ ਰਹਿੰਦਾ ਵੇ? ਬੁਲੰਦੀ ਤੇ, ਪਹਾੜਾਂ ਤੇ। ਖੁਦਾ ਨਾਲ ਮੁਲਾਕਾਤ ਕਰਨੀ ਹੈ ਤੇ ਉਚਾਈ ਤੇ ਜਾਓ, ਠੀਕ ਹੈ। ਸੋ ਅਸੀਂ ਵੇਖਦੇ ਹਾਂ ਕਿ ਪਹਾੜ ਦਾ ਇਹ ਇਮੇਜ ਹੈ, ਔਰ ਇਹਦੇ ਵਿੱਚ ਦੋ ਤਰ੍ਹਾਂ ਦੇ ਪਹਾੜ ਨੇ, ਇੱਕ ਤਾਂ ਜਿਹੜੇ ਲਿਟਰਲ ਪਹਾੜ ਨੇ, ਇੱਕ ਨੇ ਇਮੈਜੀਨੇਟਿਵ ਪਹਾੜ, ਇਮੈਜੀਨੇਸ਼ਨ, ਠੀਕ ਹੈ, ਤਸੱਵੁਰ ਕੀਤੇ ਗਏ ਨੇ ਜਿਹੜੇ। ਜਿਵੇਂ ਇੱਥੇ ਜਿਹੜਾ ਪੜਿਆ ਵੇ ਹਿਜ਼ਕੀਏਲ ਨਬੀ ਦਾ ਸਹੀਫਾ ਜਿਹੜਾ ਵੇ 28 ਬਾਬ, ਤੁਹਾਂ ਵੇਖਿਆ ਉੱਥੇ ਵੇ ਕਿ ਖੁਦਾ ਨੇ ਬਾਗੇ ਅਦਨ ਕਿੱਥੇ ਲਾਇਆ? ਪਵਿੱਤਰ ਪਹਾੜ। ਅਸੀਂ ਸਮਝਦੇ ਹਾਂ ਖੁਦਾ ਨੇ ਕਿਤੇ ਮੈਦਾਨ 'ਚ ਬਾਗ ਲਾ ਦਿੱਤਾ ਹੋਣਾ, ਠੀਕ ਹੈ, ਬਟ ਦੈਟ ਵਾਜ਼ ਔਨ ਅ ਮਾਊਂਟੇਨ। ਔਰ ਉਹਦੀ ਪਹਾੜ ਦੀ ਕਿੱਥੋਂ ਪਤਾ ਲੱਗਦੀ ਹੈ? ਕਿਉਂਕਿ ਪੈਦਾਇਸ਼ ਦੂਸਰੇ ਬਾਬ ਵਿੱਚ ਲਿਖਿਆ ਵੇ ਜਦੋਂ ਖੁਦਾ ਨੇ ਬਾਗ ਲਾਇਆ ਤੇ 4 ਨਹਿਰਾਂ, 4 ਨਦੀਆਂ ਨਿਕਲੀਆਂ ਉਹਦੇ ਵਿੱਚੋਂ, ਠੀਕ ਹੈ ਨਾ। ਔਰ ਨਹਿਰ ਜਾਂ ਦਰਿਆ ਜਾਂ ਨਦੀ ਜਿਹੜੀ ਹੈ ਉਹ ਕਦੀ ਵੀ ਫਲੈਟ ਜਗ੍ਹਾ ਤੋਂ ਨਹੀਂ ਬਣਦੀ, ਉਹ ਪਹਾੜਾਂ ਤੋਂ ਉਤਰਦੀ ਜਦੋਂ ਬਰਫ਼ ਪਿਘਲਦੀ ਹੈ। ਦੁਨੀਆ ਦੇ ਜਿੰਨੇ ਨਦੀਆਂ, ਜਿੰਨੇ ਨਾਲੇ, ਜਿੰਨੇ ਦਰਿਆ ਨੇ, ਉਹ ਸਾਰੇ ਕਿੱਥੋਂ ਨਿਕਲਦੇ ਨੇ? ਪਹਾੜਾਂ ਦੇ ਵਿੱਚੋਂ। ਇੰਡੀਆ ਦੇ ਵਿੱਚ ਅੰਕਲ ਜੀ ਜਿਹੜੇ 2 ਬੜੇ ਮਸ਼ਹੂਰ ਦਰਿਆ ਨੇ, ਗੰਗਾ ਤੇ ਜਮਨਾ, ਤੇ ਉਧਰੋਂ ਦਰਿਆਏ ਸਿੰਧ ਵੀ ਜਿਹੜਾ ਨਿਕਲਦਾ ਵੇ, ਠੀਕ ਹੈ ਨਾ, ਇਹ ਸਾਰੇ ਕਿੱਥੋਂ ਨਿਕਲਦੇ ਨੇ? ਪਹਾੜਾਂ ਤੋਂ ਹੀ ਆ ਜੀ। ਸਤਲੁਜ ਵੀ ਉਧਰੋਂ ਹੀ ਹੈ ਤੇ ਬਿਆਸ ਵੀ ਉੱਥੋਂ ਹੀ ਹੈ। ਸਾਰੇ ਦਰਿਆ, 5 ਦੇ 5 ਹੀ ਦਰਿਆ ਪੰਜਾਬ ਦੇ ਕਿੱਥੋਂ ਨਿਕਲਦੇ ਨੇ? ਪਹਾੜਾਂ ਦੇ ਵਿੱਚੋਂ। ਹਿਮਾਲਿਆ, ਕੋਹੇ ਹਿਮਾਲਿਆ, ਕਰਾਕਰਮ, ਉਸ ਪਾਸੇ ਵੱਲੋਂ ਦਰਿਆ ਨਿਕਲਦੇ ਨੇ, ਸਿੱਧੇ ਜਾ ਕੇ ਸਮੁੰਦਰ ਵਿੱਚ ਪੈਂਦੇ ਨੇ। ਸੋ 4 ਨਦੀਆਂ ਨਿਕਲਣ ਦਾ ਮਤਲਬ ਹੈ ਕਿ ਦੈਟ ਵਾਜ਼ ਅ ਮਾਊਂਟੇਨ, ਓਕੇ। ਦੂਜੇ ਨੰਬਰ ਤੇ ਤੁਸੀਂ ਵੇਖੋਗੇ ਜਿਹੜਾ ਹੋਰ ਬੜੇ ਇੰਪੋਰਟੈਂਟ ਮਾਊਂਟੇਨ, ਟੋਟਲ 8 ਪਹਾੜ ਨੇ ਬਾਈਬਲ ਮੁਕੱਦਸ ਦੇ ਵਿੱਚ, ਜਿਨ੍ਹਾਂ ਦਾ ਬੜਾ ਇੰਪੋਰਟੈਂਟ ਰੋਲ ਹੈ ਖੁਦਾ ਦੀ ਕਹਾਣੀ ਬਿਆਨ ਕਰਨ ਦੇ ਵਿੱਚ। ਸੋ ਗॉड ਸਟੋਰੀ ਹੈਜ਼ ਬੀਨ ਟੋਲਡ ਬਾਈ ਦ ਮਾਊਂਟੇਨਸ, ਠੀਕ ਹੈ। ਦੂਜੇ ਨੰਬਰ ਤੇ ਤੁਸੀਂ ਵੇਖੋਗੇ ਕਿ ਦੂਜਾ ਬੜਾ ਇੰਪੋਰਟੈਂਟ ਜਿਹੜਾ ਪਹਾੜ ਹੈ ਜਾਂ ਜਿਹੜੀ ਉਚਾਈ ਜਗ੍ਹਾ ਹੈ, ਉਹ ਤੁਸੀਂ ਵੇਖੋਗੇ ਬੈਤਲ ਦੇ ਮਕਾਮ ਦੇ ਉੱਤੇ, ਜਦੋਂ ਯਾਕੂਬ ਨੇ ਕੁਸ਼ਤੀ ਲੜੀ ਹੈ, ਠੀਕ ਹੈ। ਦੈਟ ਵਾਸ ਬੈਤਲ, ਉਚਾਈ ਜਗ੍ਹਾ ਸੀ, ਔਰ ਉੱਥੇ ਯਾਕੂਬ ਨੇ ਕੁਸ਼ਤੀ ਲੜੀ, ਔਰ ਉਹਨੇ ਖਾਬ ਵਿੱਚ ਕੀ ਵੇਖਿਆ ਵੇ ਕਿ ਸੀੜੀ ਲੱਗੀ ਹੋਈ ਹੈ, ਫਰਿਸ਼ਤੇ ਉਤਰਨ ਡਏ ਤੇ ਕੀ ਕਰਨ ਡਏ ਨੇ? ਜਾਣ ਡਏ ਨੇ। ਦੈਟ ਵਾਸ ਅਗੇਨ ਅ ਮਾਊਂਟੇਨ ਟੌਪ। ਉਹਦੇ ਬਾਅਦ ਤੁਸੀਂ ਤੀਸਰਾ ਪਹਾੜ ਵੇਖੋਗੇ ਜਿਹਨੂੰ ਕੋਹੇ ਮੋਰੀਆ ਵੀ ਕਿਹਾ ਗਿਆ ਵੇ, ਔਰ ਉੱਥੇ ਅਬਰਾਹਮ ਨੇ ਇਸਹਾਕ ਦੀ ਕੀ ਕਰਨ ਦੀ ਕੋਸ਼ਿਸ਼ ਕੀਤੀ? ਕੁਰਬਾਨੀ। ਕੋਹੇ ਮੋਰੀਆ। ਉਹਦੇ ਬਾਅਦ ਅਗੇਨ ਅਸੀਂ ਪਹਾੜ ਤੇ ਹੁੰਦੇ ਆ ਜਿੱਥੇ ਖੁਦਾ ਨੇ ਸ਼ਰੀਅਤ ਦਿੱਤੀ, ਲਾਅ ਦਿੱਤਾ, ਠੀਕ ਹੈ। ਜ਼ਰਾ ਵੇਖੋ ਇਹ ਪਹਾੜ ਦਾ ਨਜ਼ਾਰਾ ਕੀ ਹੈ ਜੀ। ਖਰੂਜ 19 ਬਾਬ ਖੋਲਿਓ ਜ਼ਰਾ, ਖਰੂਜ 19 ਬਾਬ, ਸਤਾਰਾਂ ਤੋਂ 21 ਆਇਤ, ਔਰ ਇੱਕ ਜਣਾ ਕੱਢ ਲਏ ਖਰੂਜ 24 ਬਾਬ ਤੇ ਉਹਦੀ ਆਪਣਾ 11ਵੀਂ ਆਇਤ ਤੋਂ। ਖਰੂਜ 19 17 ਤੋਂ 21 ਤੇ ਦੂਸਰੀ और 24 और जनाब 24 री तुहां पढ़नी है। खरूज हिंदी च पास्टर जी दस्सियो इतिहास ना ना खरूज सेकंड बुक पैदाइश तो बाद एक्सोडस कूच सॉरी मैं भूल गया हां दसना मैं बुक ऑफ कूच हां कूच। फिर दसो बाब दसो केड़ा जी? दो हवाले ने 19 बाब दी पढ़नी है
तुहां जनाब 17वीं आयत तो, ठीक है, और 17वीं ते 18वीं आयत, और दूसरा रेफरेंस है 24 सेम चैप्टर सेम बुक 24 बाब दी पहली ते फिर 11वीं आयत। एक जना 19 ਨੂੰ पढ़दे, एक जना 24 वाला पढ़दा है। पहली आयत ते दूसरी 24 दी पहली ते 11 ते 19 दी 17वीं आयत पढ़े जरा। ਫਿਰ मूसा ਨੇ ਲੋਕਾਂ ਨੂੰ ਡੇਰਿਆਂ ਵਿੱਚੋਂ ਬਾਹਰ ਆਉਣ ਲਈ ਕਿਹਾ, ਸੋ ਉਹ ਆ ਕੇ ਪਹਾੜ ਦੇ ਕੋਲ ਬਣੀ ਹੱਦਾਂ ਤੋਂ ਬਾਹਰ ਖੜੇ ਹੋ ਗਏ। ਪਹਾੜ ਤੋਂ ਧੂਆਂ ਉੱਠ ਰਿਹਾ ਸੀ ਕਿਉਂਕਿ ਪ੍ਰਭੂ ਉੱਥੇ ਅੱਗ ਦੇ ਵਿੱਚ ਹੋ ਕੇ ਉਤਰਿਆ ਸੀ। ਉੱਥੋਂ ਧੂਆਂ ਵੱਡੀ ਭੱਠੀ ਦੇ ਧੂਏ ਵਾਂਗ ਉੱਠ ਰਿਹਾ ਸੀ, ਸਾਰਾ ਪਹਾੜ ਕੰਬ ਰਿਹਾ ਸੀ। ਥੈਂਕ ਯੂ, ਪਿਘਲਦੀ ਥੈਂਕ ਯੂ ਜੀ। ਤਾਂ ਵੇਖਿਆ ਕੀ ਹੋ ਰਿਹਾ ਹੈ, ਔਰ ਕੀ ਪਹਾੜ ਦਾ ਨਾਲ ਹੈ ਆਵੇ ਕੋਹੇ ਸੈਨਾ, ਠੀਕ ਹੈ। ਤੀਜਾ ਪਹਾੜ ਜਿਹੜਾ ਬੜਾ ਇੰਪੋਰਟੈਂਟ ਪਹਾੜ ਸੀ, ਉਹ ਖੁਦਾ ਨੇ ਇਸਤੇਮਾਲ ਕੀਤਾ ਕਾਦੇ ਲਈ? ਆਪਣੇ ਪਹਿਲੀ ਤਖਤ ਹਜ਼ੂਰੀ ਖੁਦਾ ਨੇ ਉੱਥੇ ਲਾਈ, ਔਰ ਉੱਥੋਂ ਖੁਦਾ ਨੇ ਮੂਸਾ ਨੂੰ ਸ਼ਰੀਅਤ ਦਿੱਤੀ ਕੋਹੇ ਸੈਨਾ ਦੀ। ਔਰ ਦਿਲਚਸਪ ਗੱਲ ਹੈ ਵੇ ਕਿ ਮੂਸਾ ਵੀ ਮਾਊਂਟੇਨ ਕਲਾਈਂਬਰ ਸੀ। ਅੱਜ ਵੇਖੋ ਅਸੀਂ ਨਿੱਕੀ ਜਿਹੀ ਪਹਾੜੀ ਜਿਹੜਾ ਸਾਹ ਭੁੱਲ ਜਾਂਦਾ ਹੈ, ਹਾਲਾਂਕਿ ਸਾਡੇ ਇੱਥੇ ਕੈਲੀਫੋਰਨੀਆ ਦੇ ਕੋਲ ਪਹਾੜੇ, ਲੇਕਿਨ ਮਾਊਂਟੇਨ ਕਲਾਈਂਬਰਸ ਮਤਲਬ ਤੁਸੀਂ ਵੇਖੋ ਕਿ ਜਿੰਨੇ ਨਬੀ ਸਨ ਜੁਗਾਦਰੀ ਕਿਸਮ ਦੇ, ਬੜੇ ਪਾਵਰਫੁਲ ਨਬੀ ਜਿਨ੍ਹਾਂ ਨੇ ਬੜੇ ਬੜੇ ਵੱਡੇ ਕੰਮ ਕੀਤੇ, ਦੇ ਵਰ ਆਲ ਮਾਊਂਟੇਨ ਕਲਾਈਂਬਰਸ, ਠੀਕ ਹੈ। ਈਵਨ ਯਿਸੂ ਮਸੀਹ ਵੀ ਮਾਊਂਟੇਨ ਕਲਾਈਂਬਰ ਸੀ। ਜਾ ਕੇ ਵੇਖਾਂਗੇ ਯਿਸੂ ਮਸੀਹ ਵੀ ਬੜੇ ਪਹਾੜ ਸਰ ਕੀਤੇ, ਠੀਕ ਹੈ। ਸੋ ਵੇਖੋਗੇ ਕਿ ਮੂਸਾ ਕੋਹੇ ਸੀਨਾ ਤੇ ਵੀ ਔਰ ਖੁਦਾ ਉਤਰਿਆ ਵੇ। ਔਰ ਸਾਨੂੰ ਸਟੀਫਨ ਦੱਸਦਾ ਵੇ ਅਮਾਲ ਦੀ ਕਿਤਾਬ ਦੇ 7ਵੇਂ ਬਾਬ ਦੇ ਵਿੱਚ, ਜਦੋਂ ਉਹ ਯਹੂਦੀ ਸਦਰ ਅਦਾਲਤ ਦੇ ਸਾਹਮਣੇ ਖਲੋਤਾ ਵੇ ਤੇ ਸਟੀਫਨਸ ਦੱਸਦਾ ਵੇ ਕਿ ਮੂਸਾ ਨੇ ਫਰਿਸ਼ਤਿਆਂ ਦੀ ਮਾਰਫਤ ਸ਼ਰੀਅਤ ਪਾਈ, ਠੀਕ ਹੈ। ਫਰਿਸ਼ਤੇ ਹਨ ਜਿਨ੍ਹਾਂ ਨੇ ਕੀ ਕੀਤਾ, ਉਹਨਾਂ ਮੂਸਾ ਨੂੰ ਸ਼ਰੀਅਤ ਜਿਹੜੀ ਲਿਖ ਕੇ ਦਿੱਤੀ, ਔਰ ਖੁਦਾ ਨੇ ਉਹਨੂੰ ਸ਼ਰੀਅਤ ਦਿੱਤੀ ਉੱਥੇ ਆ ਕੇ। ਸੋ ਤੁਸੀਂ ਵਹਿੰਦੇ ਹੋ ਪਏ ਕਿ ਅਗੇਨ ਪਹਾੜ ਦਾ ਮਤਲਬ ਮੈਂ ਕੀ ਦੱਸਿਆ ਵੇ, ਐਸੀ ਜਗ੍ਹਾ ਜਿੱਥੇ ਅਨਸੀਨ ਵਰਲਡ ਕੀ ਕਰਦੀ ਏ, ਮਿਲਦੀ ਹੈ ਜ਼ਮੀਨ ਦੇ ਨਾਲ। ਮਤਲਬ ਜਿਹੜੀ ਫਲੈਟ ਕਲਟੀਵੇਟਡ ਜਗ੍ਹਾ ਵੇ ਜਿੱਥੇ ਇਨਸਾਨ ਰਹਿੰਦੇ ਨੇ, ਔਰ ਜਿਹੜੀ ਐਸੀ ਜਗ੍ਹਾ ਜਿੱਥੇ ਇਨਸਾਨਾਂ ਦੀ ਅਪਰੋਚ ਨਹੀਂ ਹੁੰਦੀ, ਅਨਸੀਨ ਵਰਲਡ ਏ, ਸੈਲੈਸਟੀਅਲ ਵਰਲਡ ਏ, ਉਹ ਦੋਵੇਂ ਜਿਹੜੀ ਜਗ੍ਹਾ ਤੇ ਆ ਕੇ ਇਕੱਠੀਆਂ ਹੁੰਦੀਆਂ ਨੇ, ਉਹਨੂੰ ਵੀ ਕੀ ਕਿਹਾ ਗਿਆ ਵੇ? ਪਹਾੜ ਕਿਹਾ ਜਾਂਦਾ ਵੇ, ਠੀਕ ਹੈ। ਉੱਚੀ ਜਗ੍ਹਾ ਉਹਨੂੰ ਕਿਹਾ ਜਾਂਦਾ ਵੇ ਜਿੱਥੇ ਲੋਕ ਜਿੱਥੇ ਮਿਲਦੇ ਨੇ, ਦੋ ਦੁਨੀਆਂ ਆ ਕੇ ਮਿਲਦੀਆਂ ਨੇ ਜਿਹੜੀਆਂ, ਠੀਕ ਹੈ। ਇੱਥੇ ਤੁਸੀਂ ਵੇਖੋ ਕਿ ਖੁਦਾ ਉਤਰਿਆ, ਖੁਦਾ ਦਾ ਤਖਤ ਉਤਰਿਆ, ਲਸ਼ਕਰ ਉਤਰਿਆ ਖੁਦਾ ਦਾ, ਔਰ ਖੁਦਾ ਨੇ ਕੀ ਦਿੱਤਾ ਵੇ? 10 ਅਹਿਕਾਮ ਦਿੱਤੇ ਨੇ। ਅੱਗੇ ਵੇਖੋਗੇ ਕਿ ਸਿਰਫ ਨਾ ਸਿਰਫ ਮੂਸਾ ਬਲਕਿ 24 ਬਾਬ ਦੇ ਅੰਕਲ ਜੀ ਜਰਾ ਪਹਿਲੀ ਆਇਤ ਤੇ ਫਿਰ 11ਵੀਂ ਆਇਤ ਪੜ੍ਹ ਜਰਾ। ਆਓ ਜੀ। ਉਸਨੇ ਮੂਸਾ ਨੂੰ ਆਖਿਆ, ਯਹੋਵਾ ਕੋਲ ਉਤਾਹਾਂ ਆ, ਤੂੰ ਅਤੇ ਹਾਰੂਨ ਅਤੇ ਨਾਦਾਬ ਅਤੇ ਅਬੀਹੂ ਅਤੇ ਇਸਰਾਈਲ ਦੇ ਬਜ਼ੁਰਗਾਂ ਵਿੱਚੋਂ 70 ਅਤੇ ਤੁਸੀਂ ਦੂਰੋਂ ਮੱਥਾ ਟੇਕੋ। 11ਵੀਂ ਆਇਤ, ਉਸਨੇ ਆਪਣਾ ਹੱਥ ਇਸਰਾਈਲੀਆਂ ਦੇ ਭਲੇ ਪੁਰਸ਼ਾਂ ਉੱਤੇ ਨਾ ਪਾਇਆ, ਸੋ ਉਹਨਾਂ ਨੇ ਪਰਮੇਸ਼ਵਰ ਦਾ ਦਰਸ਼ਨ ਕੀਤਾ ਔਰ ਉਹਨਾਂ ਨੇ ਖਾਧਾ ਪੀਤਾ। ਥੈਂਕ ਯੂ। 12ਵੀਂ ਆਇਤ ਪੜ੍ਹੋ ਜ਼ਰਾ ਅੰਕਲ ਜੀ। ਅੱਛਾ ਜੀ। ਫਿਰ ਯਹੋਵਾ ਨੇ ਮੂਸਾ ਨੂੰ ਆਖਿਆ, ਮੇਰੇ ਕੋਲ ਪਹਾੜ ਉੱਤੇ ਆ ਅਤੇ ਉੱਥੇ ਰਹੋ, ਤਾਂ ਜੋ ਮੈਂ ਤੈਨੂੰ ਪੱਥਰ ਦੀਆਂ ਪੱਟੀਆਂ ਅਤੇ ਵਿਵਸਥਾ ਅਤੇ ਹੁਕਮ ਜਿਹੜੇ ਮੈਂ ਉਹਨਾਂ ਦੀ ਸਿੱਖਿਆ ਲਈ ਲਿਖੇ ਹਨ ਦੇਵਾਂ। ਠੀਕ ਹੈ ਜੀ। ਸੋ ਟੀਚਿੰਗ, ਪਹਾੜ ਦੇ ਉੱਤੇ ਜਾਣ ਦਾ ਮਤਲਬ ਹੈ ਵੇ ਕਿ ਯੂ ਰਿਸੀਵ ਗॉड्स ਪ੍ਰੈਜ਼ੈਂਸ, ਯੂ ਵਿਲ ਬੀ देयर। ਔਰ ਅਮੂਮਨ ਖੁਦਾ ਦੀ ਹਜ਼ੂਰੀ ਦੇ ਵਿੱਚ ਜਿਹੜਾ ਬੰਦਾ ਆਮ ਬੰਦਾ ਜਾਏ ਉਹ ਮਰ ਜਾਂਦਾ ਵੇ। ਲੇਕਿਨ ਅਸਾਂ ਪੜ੍ਹਿਆ ਵੇ ਕਿ ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ ਕਿ ਖੁਦਾ ਨੇ ਪਹਿਲੀ ਵਾਰੀ ਜਦੋਂ ਮੂਸਾ ਨੂੰ ਬੁਲਾਇਆ ਵੇ ਹੁਕਮ ਦੇਣ ਲਈ, ਹਾਰੂਨ ਵੀ ਗਿਆ ਵੇ ਨਾਲ, ਉਹਦੇ ਦੋਵੇਂ ਬੇਟੇ ਵੀ ਗਏ, ਔਰ ਬਨੀ ਇਸਰਾਇਲ ਦੇ 70 ਬਜ਼ੁਰਗ, ਵਾਈ 70। ਤੁਹਾਨੂੰ ਪਤਾ ਹੋਏਗਾ ਜਾਂ ਤੁਸੀਂ ਸੁਣਿਆ ਹੋਣਾ ਵੇ, ਜਿਹੜੀ ਯਹੂਦੀ ਸਦਰੇ ਅਦਾਲਤ ਹੈ ਸਨਹੀਡਰਨ ਜਿਹਨੂੰ ਕਿਹਾ ਜਾਂਦਾ ਵੇ, ਠੀਕ ਹੈ, ਜਿਨ੍ਹਾਂ ਨੇ ਯਿਸੂ ਮਸੀਹ ਤੇ ਮੁਕੱਦਮਾ ਕੀਤਾ ਸੀ, ਔਰ ਜਿਹੜੇ ਨਸਲ ਦਰ ਨਸਲ ਅੱਜ ਤੱਕ ਜਿਹੜਾ ਨੰਬਰ ਹੈ 17 ਦਾ 70, ਉਹਦੇ ਅੰਦਰ ਮੈਂਬਰ 70 ਹੁੰਦੇ ਨੇ। ਔਰ ਇਹ ਜਿਹੜਾ ਆਈਡੀਆ ਵੇ, ਕਨਸੈਪਟ ਜਿਹੜਾ ਇਹਦਾ ਆਗਾਜ਼ ਇੱਥੋਂ ਹੋਇਆ ਸੀ ਪਹਿਲੀ ਵਾਰੀ ਕਿ 70 ਲੋਕਾਂ ਨੇ ਜਾ ਕੇ ਖੁਦਾ ਨੂੰ ਵੇਖਿਆ ਮੂਸਾ ਦੇ ਨਾਲ, ਨਾ ਸਿਰਫ ਵੇਖਿਆ ਬਲਕਿ ਕੀ ਲਿਖਿਆ, ਉਹਨਾਂ ਨੇ ਖੁਦਾ ਕੋ ਦੇਖਾ ਔਰ ਖਾਇਆ ਔਰ ਪੀਆ ਵੀ। 11ਵੀਂ ਆਇਤ ਪੜ੍ਹੀ, ਉਹਨਾਂ ਕੀ ਕੀਤਾ? ਮਤਲਬ ਉਹਨਾਂ ਖੁਦਾ ਦੀ ਹਜ਼ੂਰੀ ਨਾ ਸਿਰਫ ਦੇ saw ਬਲਕਿ ਦੇ ਹੈਵ ਫੈਲੋਸ਼ਿਪ ਵਿਦ ਗॉड। ਸੋ ਇੰਟਰਸਟਿੰਗ। ਸੋ ਅਸੀਂ ਵੇਖਿਆ ਕਿ ਸਦਰੇ ਅਦਾਲਤ ਦਾ ਜਿਹੜਾ ਕਨਸੈਪਟ ਹੈ ਉਹ ਇੱਥੋਂ ਨਿਕਲਿਆ ਵੇ। 70 ਬਜ਼ੁਰਗਾਂ ਦੀ ਜਿਹੜੀ ਅਦਾਲਤ ਹੁੰਦੀ ਹੈ, ਸਨਹੀਡਰਨ ਜਿਹਨੂੰ ਕਿਹਾ ਜਾਂਦਾ, ਠੀਕ ਹੈ। ਇੱਕ ਹੋਰ ਗੱਲ ਮੈਂ ਤੁਹਾਨੂੰ ਇੱਥੇ ਦੱਸਦਾ ਜਾਵਾਂ, ਖੁਦਾ ਨੇ ਜਦੋਂ ਮੂਸਾ ਨੂੰ ਸ਼ਰੀਅਤ ਦਿੱਤੀ ਹੈ ਨਾ, ਦੋ ਤਰ੍ਹਾਂ ਦੀ ਸ਼ਰੀਅਤ ਦਿੱਤੀ ਹੈ। one was literal and one was oral,
ठीक है, ਅਸੀਂ ਸਮਝਦੇ ਹਾਂ ਕਿ ਸ਼ਾਇਦ ਇੱਕੋ ਹੀ ਸ਼ਰੀਅਤ ਦਿੱਤੀ ਸੀ। नो, देयर वाज टू काइंड ऑफ लॉ, लिटरल ਜਿਹੜਾ ਲਿਖਿਆ ਗਿਆ 10 ਕਮਾਂਡਮੈਂਟ ਐਂਡ ਔਰਲ। ਜਿਹੜੀ ਔਰਲ ਸ਼ਰੀਅਤ ਸੀ, ਇਸੇ ਲਈ ਰਬੈਨਿਕਲ ਟ੍ਰੈਡੀਸ਼ਨ ਹੈ ਵੇ ਕਿ ਖੁਦਾ ਨੇ ਜਿਹੜੀ ਔਰਲ ਸ਼ਰੀਅਤ ਸੀ ਉਹ ਨਸਲ ਦਰ ਨਸਲ ਜ਼ੁਬਾਨੀ ਫਰਮ ਹਾਰਟ ਟੂ ਹਾਰਟ ਜਿਹੜੀ ਹੈ ਉਹ ਰੱਬੀਆਂ ਔਰ ਸ਼ਰਾ ਦੇ ਆਲਮਾਂ ਔਰ ਉਹਨਾਂ ਦੇ ਅੱਗੇ ਟ੍ਰਾਂਸਫਰ ਹੁੰਦੀ ਗਈ ਹੈ। ਇਸ ਲਈ ਅੱਜ ਵੀ ਮੈਮੋਰਾਈਜ਼ੇਸ਼ਨ ਜਿਹੜੀ ਹੈ ਸ਼ਰੀਅਤ ਦੀ, that is very important. So that's the idea. So ਅਸੀਂ ਕਿਹਦੀ ਗੱਲ ਕਰ ਰਹੇ ਹਾਂ ਜੀ? ਕਿਹੜੇ ਪਹਾੜ ਤੇ ਆ ਗਏ ਹਾਂ ਅਸੀਂ? ਕੋਹੇ ਸੀਨਾ ਤੇ, ਠੀਕ ਹੈ। ਅੱਛਾ ਜੀ, ਇੱਕ ਹੋਰ ਬੜਾ ਇੰਪੋਰਟੈਂਟ ਪਹਾੜ ਹੈ। मूसा ने जो खुदा ने कहा ना तू मर जाएगा, तू अंदर नहीं जाएगा अपना मुल्क मौदा दे विच, सो तू की कर बरकतां ते लानतां एक पहाड़ दे उत्तों, एक सी कोहे नबूत, एक कोहे अबारीम, ठीक है। उन्हां दोवां पहाड़ां दे उत्ते खुदा ने कहा मूसा नूं वारी-वारी चढ़। सो इंटरेस्टिंग, कैन यू इमेजिन दैट ही इज ऑलमोस्ट 120 years old, ओके, और हले तक वो किथे चढ़दा वे? पहाड़ां ते, ठीक है, पहाड़ां ते चढ़दा पिया, ठीक है। उथों ने क्या, और मूसा नूं खुदा ने कहा कि मैं तेनू मैं चुकांगा कोहे नबू तो। एक और पहाड़ है कोहे नबू, ठीक है। सो 3-4 पहाड़ तुहां वेखे ने जी। एक और बड़ा इंपॉर्टेंट पहाड़ है जिथे एलिया ने जाके ते खुदा दे नाल मुलाकात की। अच्छा, एक चीज तुहानूं मैं होर दसां, जिहड़ा कोहे सीना वे ना, यह पूरा पहाड़ी सिलसिला वे, ठीक है। इट्स अ होल रेंज, जिवें कोहे कराकरम दी पूरी रेंज है, जिवें कोहे हिमालय दी पूरी रेंज है माउंटेन दी, ठीक है, जिवें एवरेस्ट दी पूरी रेंज है। उस रेंज दे विच मुख्तलिफ पहाड़ होंदे ने, जिहड़े कोई नीवें ने, कोई उच्चे ने, कोई बहुत उच्चे ने, कोई, लेकिन दे आर द होल रेंज सिस्टम, ठीक है। इंज नहीं हुंदा कि कल्ला पहाड़ ते लगा होए, इंज दा नहीं हुंदा, ठीक है। उसे पहाड़ी सिलसिला जिहड़ा हुंदा वे, जिहड़ी होल माउंटेन रेंज हुंदी है, ਉਹਦੇ ਵਿੱਚ ਉਹਨਾਂ ਨੇ ਮੁxਤਲਿਫ ਚੋਟੀਆਂ ਨੂੰ ਨਾਂ ਦਿੱਤੇ ਹੁੰਦੇ ਨੇ, ਠੀਕ ਹੈ। ਸੋ ਤੁਹਾਨੂੰ ਯਾਦ ਹੈ ਕਿ ਏਲੀਆ ਜਿਹੜੇ ਪਹਾੜ ਤੇ ਗਿਆ ਸੀ ਉਹਦਾ ਕੀ ਨਾਂ ਸੀ? ਕਿਸੇ ਨੂੰ ਯਾਦ ਹੈ? ਕਿਰਮਲ, ਓਕੇ, ਕੋਹੇ ਕਿਰਮਲ ਦੀ ਚੋਟੀ। ਸੋ ਟੈਕਨੀਕਲੀ ਅਗਰ ਵੇਖਿਆ ਜਾਏ ਤੇ ਉਹ ਪੂਰੇ ਦਾ ਪੂਰਾ ਪਹਾੜੀ ਸਿਲਸਿਲਾ ਜਿਹੜਾ ਵੇ, that is called ਕੋਹੇ ਸੇਨਾ। ਲੇਕਿਨ ਕੋਹੇ ਸੀਨਾ ਉਹਨਾਂ ਚੋਂ ਸਿਰਫ ਇੱਕ ਪਹਾੜ ਦਾ ਨਾਮ ਹੈ, ਇਟਸ ਅ ਹੋਲ ਮਾਊਂਟੇਨ ਰੇਂਜ, ਓਕੇ। ਸੋ ਜਿਹਦੇ ਵਿੱਚ ਸਾਰੇ ਪਹਾੜਾਂ ਦਾ ਅਸੀਂ ਜ਼ਿਕਰ ਪੜਨ ਰਹੇ ਹਾਂ। ਵੰਡਰਫੁਲ, ਓਕੇ ਜੀ। ਸੋ ਨਾਓ we came to that point ਕਿ ਜਿੱਥੇ ਸਾਨੂੰ ਇਹ ਪਤਾ ਲੱਗ ਗਿਆ ਵੇ ਕਿ ਪਹਾੜ ਕਿਉਂ, ਖੁਦਾ ਨੇ ਕਿਉਂ ਪਹਾੜ ਚੁਣੇ। ਦਿਲਚਸਪ ਗੱਲ ਤੁਹਾਨੂੰ ਮੈਂ ਇੱਥੇ ਕੋਟ ਦੱਸਦਾ। ਰਬੈਨਿਕਲ ਟ੍ਰੈਡੀਸ਼ਨ ਦੇ ਵਿੱਚ ਜ਼ਬੂਰ 68 ਜ਼ਰਾ ਖੋਲਿਓ, ਜ਼ਬੂਰ 68 68 ਜ਼ਬੂਰ ਤੇ ਜਨਾਬ ਉਹਦੀ ਤੁਸੀਂ ਪੜੋ ਆਪਣਾ 14ਵੀਂ ਆਇਤ, 14ਵੀਂ ਤੇ 15ਵੀਂ ਆਇਤ, ਬਸ 2 ਆਇਤਾਂ ਪੜਨੀਆਂ, ਬਲਕਿ 16ਵੀਂ। ਹਾਂਜੀ, ਜਦੋਂ ਸਰਬ ਸ਼ਕਤੀਮਾਨ ਪਰਮੇਸ਼ਵਰ ਨੇ ਰਾਜਿਆਂ ਨੂੰ ਖਿੰਡਾ ਦਿੱਤਾ, ਤਦ ਸਲਮੋਨ ਪਹਾੜ ਬਰਫ਼ ਨਾਲ ਢਕਿਆ ਗਿਆ। ਬਸ਼ਾਨ ਦਾ ਪਹਾੜ ਇੱਕ ਉੱਚਾ ਪਹਾੜ ਹੈ ਜਿਸ ਦੀਆਂ ਕਈ ਚੋਟੀਆਂ ਹਨ, ਪਰ ਇਹ ਚੋਟੀ ਵਾਲੇ ਪਹਾੜੋ, ਤੁਸੀਂ ਈਰਖਾਲੂ ਭਾਵਨਾ ਨਾਲ ਪਰਮੇਸ਼ਵਰ ਦੇ ਪਹਾੜ ਵੱਲ ਕਿਉਂ ਦੇਖਦੇ ਹੋ? ਜਿਸ ਨੂੰ ਪਰਮੇਸ਼ਵਰ ਨੇ ਆਪਣੇ ਰਹਿਣ ਲਈ ਚੁਣਿਆ ਹੈ, ਉਹ ਉੱਥੇ ਹਮੇਸ਼ਾ ਤੱਕ ਰਹੇਗਾ। ਹਾਂਜੀ, ਅੱਗੇ ਵੀ ਪ੍ਰਭੂ ਅਣਗਿਣਤ ਰਥਾਂ ਦੇ ਨਾਲ ਸੀਨੇ ਪਹਾੜ ਤੇ ਅਰਥਾਤ ਪਵਿੱਤਰ ਥਾਂ ਤੇ ਉਤਰ ਆਇਆ ਹੈ। ਉਹ ਉੱਚੀ ਉੱਚੀ ਥਾਂ ਤੇ ਚੜ ਗਿਆ ਅਤੇ ਆਪਣੇ ਨਾਲ ਕੈਦੀਆਂ ਨੂੰ ਵੀ ਲੈ ਗਿਆ। ਉਸਨੇ ਵਿਦਰੋਹੀਆਂ ਦੇ ਹੱਥੋਂ ਵੀ ਉਪਹਾਰ ਲਏ। ਇੰਟਰਸਟਿੰਗਲੀ ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ, ਇੱਥੇ ਜ਼ਬੂਰ ਨਵੀਸ ਜਿਹੜਾ ਵੇ ਕਿਹਦੇ ਨਾਲ ਗੱਲਾਂ ਕਰਨ ਡਿਆ? ਹਾਂਜੀ, ਕਿਹਦੇ ਨਾਲ ਗੱਲਾਂ ਕਰਨ ਡਿਆ? ਯਿਸੂ ਨਾਲ? ਨਾ 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 ਅੰਕਲ ਜੀ, ਵੇਖੋ 16ਵੀਂ ਆਇਤ ਜ਼ਰਾ ਪੜਿਓ। ਜਦ ਸਰਬ ਸ਼ਕਤੀਮਾਨ ਨੇ ਉਸ ਥਾਂ ਵਿੱਚ ਰਾਜਿਆਂ ਨੂੰ ਖਿੰਡਾ ਦਿੱਤਾ। ਨਾ ਨਾ ਅੰਕਲ ਜੀ, 16ਵੀਂ ਆਇਤ। ਹੇ ਚੋਟੀਆਂ ਦੇ ਪਹਾੜੋ, ਤੁਸੀਂ ਉਸ ਪਹਾੜ ਵੱਲ ਜਿਸ ਨੂੰ ਪਰਮੇਸ਼ਵਰ ਨੇ ਵਸਣ ਲਈ ਪਸੰਦ ਕੀਤਾ ਹੈ, ਇਉਂ ਈਰਖਾ ਨਾਲ ਤੱਕਦੇ ਹੋ। ਯਹੋਵਾ ਸਦਾ ਤੀਕਰ ਉਸ ਵਿੱਚ ਵਸੇਗਾ। ਕਿਹਦੇ ਨਾਲ ਗੱਲ ਕਰਨ ਡਿਆ? ਹਾਂਜੀ, ਐਂਜਲ ਪਹਾੜਾਂ ਦੇ ਨਾਲ। Here you go. Okay, so he is talking with mountains. Okay, so ਜਿਹੜਾ ਇੱਥੇ ਹਾਂ ਜਿਹੜਾ ਇੱਥੇ ਕਨਸੈਪਟ ਹੈ, ਉਹ ਕਨਸੈਪਟ ਜਿਵੇਂ ਅੱਗੇ ਕਿਹਾ ਨਾ ਕਿ ਪਹਾੜ ਇਮੇਜਿਨੇਸ਼ਨ ਇਸ ਲਈ ਇਸਤੇਮਾਲ ਹੋਏ ਨੇ, ਠੀਕ ਹੈ ਨਾ।
ਕਿ ਇਮੇਜਿਨੇਟਰੀ ਤੁਸੀਂ ਉਹ ਦੁਨੀਆ ਨੂੰ ਕ੍ਰੀਏਟ ਕਰਦੇ ਹੋ। ਸ਼ਾਇਰ ਜਿਹੜੇ ਨੇ ਪੋਇਟਿਕ ਲੈਂਗੁਏਜ ਜਦੋਂ ਯੂਜ਼ ਕਰਦੇ ਨੇ, ਸਿੰਬਲ ਜਦੋਂ ਯੂਜ਼ ਕਰਦੇ ਨਾ ਪੋਇਟਰੀ ਦੇ ਵਿੱਚ, ਠੀਕ ਹੈ ਨਾ, ਤਾਂ ਕਿ ਉਸ ਰਿਐਲਿਟੀ ਨੂੰ ਪੇਸ਼ ਕਰ ਸਕਣ, ਦੁਨੀਆ ਨੂੰ ਸਮਝ ਸਕੇ। ਜ਼ਬੂਰ ਨਵੀਸ ਜ਼ਬੂਰ 68 ਦੇ ਵਿੱਚ ਦੱਸਣ ਡਿਆ ਵਾਕਿਆ, ਇੱਥੇ ਜਿਹੜੇ ਬਾਦਸ਼ਾਹਾਂ ਦਾ ਜ਼ਿਕਰ ਹੈ ਨਾ, ਉਹ ਬਾਦਸ਼ਾਹ ਲੋਕੀ ਦੁਨੀਆ ਦੇ ਬਾਦਸ਼ਾਹ ਨਹੀਂ ਨੇ। these were the principalities and authorities in the spiritual realm, okay? ਕਿਉਂਕਿ ਤੁਹਾਨੂੰ ਯਾਦ ਹੈ ਨਾ ਕਿ ਪਹਾੜ ਦੇ ਉੱਤੇ ਅਸਮਾਨੀ ਲਸ਼ਕਰ ਆ ਰਿਹਾ ਤੇ ਕੀ ਕਰ ਰਿਹਾ ਹੈ, ਜਾ ਰਿਹਾ ਹੈ, ਓਕੇ? ਸੋ ਖੁਦਾ ਦਾ ਰੱਥ, ਅੱਗੇ ਤੁਸੀਂ ਵੇਖੋਗੇ ਨਾ 17ਵੀਂ ਆਇਤ ਕੀ ਲਿਖਿਆ ਹੈ, ਖੁਦਾ ਦੇ ਰੱਥ 20,000 ਬਲਕਿ ਹਜ਼ਾਰਾਂ ਹਜ਼ਾਰ ਨੇ। ਕਿਉਂ? ਕਿਉਂਕਿ ਖੁਦਾ ਦਾ ਤਖਤ ਜਿੱਥੇ ਲੱਗੇਗਾ, ਖੁਦਾ ਦੀ ਕਿੰਗਡਮ ਜਿੱਥੇ ਲੱਗੇਗੀ, ਖੁਦਾ ਦੀ ਪੂਰੀ ਬਾਦਸ਼ਾਹੀ ਲਸ਼ਕਰ ਖੁਦਾ ਦਾ ਪੂਰਾ ਦੇ ਪੂਰਾ ਕਿੱਥੇ ਆਏਗਾ? ਉੱਥੇ ਉਤਰੇਗਾ, ਠੀਕ ਹੈ? ਇੱਥੇ ਗੱਲਬਾਤ ਹੋਣ ਡਈ ਏ, ਬਲਕਿ ਦਿਲਚਸਪ ਗੱਲ ਹੈ ਵੇ, ਤੁਹਾਨੂੰ ਮੈਂ ਇੱਕ ਹੋਰ ਹਵਾਲਾ ਨੋਟ ਕਰਾ ਦੇਣਾ ਵਾ। ਅਕੋਰਡਿੰਗ ਟੂ ਦਾ ਬੁੱਕ ਆਫ ਈਨੋਕ, ਜਿਹਦਾ ਜ਼ਿਕਰ ਆਇਆ ਵੇ ਨਾ, ਜਿਹਨੂੰ ਰਿਕਾਰਡ ਕੀਤਾ ਗਿਆ ਵੇ ਯਹੂਦਾ ਦੇ ਖੱਤ ਦੇ ਵਿੱਚ, ਨਵੇਂ ਨਾਮੇ ਦੇ ਵਿੱਚ, ਠੀਕ ਹੈ ਨਾ? ਔਰ ਬੁੱਕ ਆਫ ਈਨੋਕ ਇਟਸ ਨਾਟ ਅ ਪਾਰਟ ਆਫ ਦਾ ਬਾਈਬਲ, ਲੇਕਿਨ ਉਹਦਾ ਰੈਫਰੈਂਸ ਯਹੂਦਾ ਦੇ ਖੱਤ ਵਿੱਚ ਮੌਜੂਦ ਹੈ। ਔਰ ਅਕੋਰਡਿੰਗ ਟੂ ਦੈਟ ਬੁੱਕ, ਜਦੋਂ ਨੂਹ ਦੇ ਤੂਫਾਨ ਆਉਣ ਤੋਂ ਪਹਿਲਾਂ ਜਿਹੜੇ ਖੁਦਾ ਦੇ ਬੇਟਿਆਂ ਦਾ ਜ਼ਿਕਰ ਨਾ, कि जिन्हें खुदा की बेटों ने खुदा की बेटियों को देखा, ठीक है, तो they were all descending on the mountain, ਉਹ ਪਹਾੜ ਦੇ ਉਤਰਦੇ ਹਨ ਤੇ ਉੱਥੋਂ ਉਹਨਾਂ ਦੇ ਰਿਲੇਸ਼ਨਸ਼ਿਪ ਬਣਦੇ ਹਨ, ਠੀਕ ਹੈ? and these were, ਉੱਥੇ ਗੱਲ ਹੋਣ ਡਈ ਹੈ ਫਰਿਸ਼ਤਿਆਂ ਦੀ। ਖੁਦਾ ਦੇ ਬੇਟਿਆਂ ਦਾ ਮਤਲਬ ਹੈ ਫਰਿਸ਼ਤੇ ਜਿਹੜੇ ਹਨ, ਠੀਕ ਹੈ? ਉਹਨਾਂ ਨੂੰ ਕਿਹਾ ਗਿਆ ਖੁਦਾ ਦੇ ਬੇਟੇ, ਔਰ ਉੱਥੋਂ ਦੀ ਨਸਲ ਪੈਦਾ ਹੋਈ। ਸੋ ਤੁਸੀਂ ਵੇਖੋਗੇ ਕਿ ਪਹਾੜ ਜਿਹੜਾ ਸੀ, that was a, ਜਿਵੇਂ UFO ਨਹੀਂ, ਕੋਈ ਤਸ਼ਤਰੀ ਹੁੰਦੀ ਹੈ ਉਤੋਂ ਹਵਾ ਦੇ ਵਿੱਚੋਂ, ਜਾਂ ਕੋਈ ਏਲੀਅਨ ਹੁੰਦੇ ਨੇ, ਠੀਕ ਹੈ ਨਾ, ਕੋਈ ਨਾ ਕੋਈ ਮਖਸੂਸ ਜਗ੍ਹਾ ਲੱਭਦੇ ਨੇ, ਠੀਕ ਹੈ, ਔਰ ਉੱਥੇ ਜਨਾਬ ਉਤਰਦੇ ਨੇ। ਦੈਟਸ देयर ਕਨੈਕਟਿੰਗ ਪੁਆਇੰਟ। ਸੋ ਪਹਾੜ ਜਿਹੜਾ ਵੇ, that is also connecting point of celestial world, and a separation ਜਿਹੜੀ ਸੀ ਉਹਨੂੰ ਉਹ ਖਤਮ ਕਰਦਾ ਵੇ ਪਹਾੜ ਜਿਹੜਾ ਵੇ, ਠੀਕ ਹੈ? ਇੱਥੇ ਜ਼ਿਕਰ ਹੋ ਰਿਹਾ ਵੇ ਕੋਹੇ ਸੇਨਾ ਦਾ, ਕਿ ਖੁਦਾ ਜਦੋਂ ਸ਼ਰੀਅਤ ਦੇਣ ਲੱਗਾ ਵੇ ਨਾ, ਜਦੋਂ ਸ਼ਰੀਅਤ ਦੇਣ ਲੱਗਾ ਵੇ, ਤੇ ਲਿਖਿਆ ਵੇ ਕਿ ਬਹੁਤ ਸਾਰੇ ਪਹਾੜਾਂ ਦੇ ਵਿੱਚ ਜਿਹੜੇ ਹਨ ਨਾ, ਉਹਨਾਂ ਦੇ ਵਿੱਚ ਲੜਾਈ ਸ਼ੁਰੂ ਹੋ ਗਈ, ਠੀਕ ਹੈ? ਜਿਹੜਾ ਸਾਰਿਆਂ ਨਾਲੋਂ ਉੱਚਾ ਪਹਾੜ ਸੀ ਨਾ, ਤੁਸੀਂ ਵੇਖਿਆ ਇੱਥੇ ਬਸਨ ਦਾ ਪਹਾੜ ਸਲਮੂਨ, ਇੱਥੇ ਹਰਮੋਨ ਦਾ ਜ਼ਿਕਰ ਹੈ। ਹਰਮੋਨ ਜਿਹੜਾ ਵੇ ਇਸਰਾਇਲ ਦੇ ਵਿੱਚ ਸਾਰਿਆਂ ਨਾਲੋਂ ਉੱਚਾ ਪਹਾੜ ਹੈ, ਠੀਕ ਹੈ? ਜ਼ਬੂਰ 133 ਅਸੀਂ ਪੜ੍ਹਦੇ ਹਾਂ ਨਾ कि क्या ही अच्छी बात है भाई बाहम मिलकर रहें, ये ऐसे ही है जैसे हरमोन के ऊपर जैसे बर्फ ओस पड़ती है। सो हरमोन और सलमोन इज द हाईएस्ट पीक इन दैट एरिया, ठीक है? सो हाईएस्ट पीक कहन लगी कि जी मैं ते सारना उच्चा ते मैं ते सारना जना ते मैं ते बड़ा खूबसूरत ते स्मार्ट ते जनाब वेखो मेरी चोटी वेखो। यकीनन जो खुदा शरीयत देगा ना तो खुदा मेरे ते उतरेगा, एंड आई विल बी द हाईएस्ट माउंटेन, ठीक है? ਉਦੋਂ ਜਿਹੜਾ ਨਿੱਕਾ ਪਹਾੜ ਸੀ ਨਾ, ਕਹਿਣ ਲੱਗਾ ਨਹੀਂ ਨਹੀਂ ਤੈਨੂੰ ਖੁਦਾ ਕਿੱਥੇ ਲੈਣਾ ਵੇ, ਖੁਦਾ ਮੇਰੇ ਕੋਲ ਉਤਰੇਗਾ, ਖੁਦਾ ਇੱਥੇ ਆਏਗਾ ਔਰ ਇੱਥੋਂ ਸਾਰੇ ਸ਼ਰੀਅਤ ਦਿੱਤੀ ਜਾਏਗੀ, ਔਰ ਬਨੀ ਇਸਰਾਇਲ ਖੁਦਾ ਚੁਣੇਗਾ, ਇੱਥੇ ਖੁਦਾ ਦੀ ਹਜ਼ੂਰੀ ਤਖਤ ਲੱਗੇਗਾ ਖੁਦਾ ਦਾ ਇੱਥੇ। ਅੱਛਾ, ਉਹਨਾਂ ਦਾ ਸਾਰਾ ਨਿੱਕਾ ਪਹਾੜ ਸੀ ਨਾ, ਕੋਹੇ ਸੀਨਾ ਜਿਹੜਾ ਸੀ, ਚੁੱਪ ਕਰਕੇ ਬਹਿ ਰਿਹਾ ਵਿਚਾਰਾ ਨਾ, ਉਹ ਕਹਿਣ ਲੱਗਾ ਸਾਡੀ ਕਿੰਨੇ ਸੁਣਨੀ ਹੈ, ਸਾਨੂੰ ਕਿੰਨੇ ਪੁੱਛਣਾ ਵੇ, ਅਸੀਂ ਐਵੇਂ ਮਾੜੇ ਮਾਤੜ ਲੋਕ ਹੈ, ਸਾਨੂੰ ਕਿੰਨੇ ਪੁੱਛਣਾ, ਵੱਡੇ ਵੱਡੇ ਪਹਾੜ ਲੱਗੇ ਨੇ, ਖੁਦਾ ਵੱਡਾ ਪਹਾੜ ਹੀ ਚੁਣੇਗਾ ਕੋਈ ਨਾ ਕੋਈ, ਠੀਕ ਹੈ? ਲੇਕਿਨ ਕੀ ਲਿਖਿਆ ਵੇ, बसन का पहाड़ ऊंचा पहाड़ है। ओहो, बसन का पहाड़ जनाब ਉੱਚਾ ਵੇ, ਐ ਉੱਚੇ ਪਹਾੜੋ, ਐ ਉੱਚੇ ਉੱਚੇ ਪਹਾੜੋ, ਤੁਸੀਂ ਕਿਉਂ ਉਸ ਪਹਾੜ ਨੂੰ ਤੱਕਦੇ ਹੋ, ਕਿਉਂ ਉਹਦੇ ਵੱਲ ਉਹਨੂੰ ਘੂਰੀਆਂ ਕੱਢਦੇ ਹੋ, ਠੀਕ ਹੈ ਨਾ? ਕਿਉਂ? ਜਿਹਨੂੰ ਖੁਦਾ ਨੇ ਆਪਣੀ ਸਕੂਨਤ ਲਈ ਕੀ ਕੀਤਾ ਹੈ, ਪਸੰਦ ਕੀਤਾ ਵੇ, ਬਲਕਿ ਖੁਦਾਵੰਦ ਉਹਦੇ ਵਿੱਚ ਅਬਦ ਤੱਕ ਰਹੇਗਾ, ਟਾਈਮਲੈਸ, ਠੀਕ ਹੈ? ਇਸ ਲਈ ਅੱਗੇ 17ਵੀਂ ਆਇਤ ਵਿੱਚ ਪਹਾੜ ਦਾ ਨਾਮ ਦਿੱਤਾ ਗਿਆ ਵੇ, खुदावंद जैसा कोहे सेना में वैसा ही उनके दरमियान मकदस में है। So that's how God picked the lowest and the humble. That is the lesson कि खुदा हमेशा उन्हां लोकां नूं चाहुंदा, उन्हां लोकां नूं इस्तेमाल करदा वे जिन्हां नूं शायद दुनिया समझदी है कि ये बेकार लोग ने, इन्हां नूं किन्ने पुछना वे, इन्हां नूं कोई आउंदा ही कोई, ये छोटे मोटे लोग ने, अनपढ़ जे जाहिल जे लोग ने, इन्हां नूं की पता है, ठीक है ना? लेकिन God always choose the least and the humble, ठीक है? यह बादशाही दा असूल है। अगर तुम बड़ा बनना चाहते हो तो की बन जाओ, छोटे, ठीक है? हाँ, अगर सरदारी करना चाहते हो तो खिदमत करो, ठीक है? So that was the idea behind. तो तुहानू पता लग गया ना हुण कि कोहे मुकद्दस, कोहे सयून जिहड़ा वे, that is the important, और उत्थे फिर खुदा ने यरूशलेम नूं की कीता वे, खड़ा कीता वे, ठीक है? ओके, नाउ चूंकि ओ शहर सानू पता लग गया हुण, और सानू पता लग गया कि पहाड़ जिहड़ा वे ओदी की अहमियत है और ਉਹਨੂੰ ਖੁਦਾ ਨੇ ਕਿਵੇਂ ਇਸਤੇਮਾਲ ਕੀਤਾ ਵੇ। ਅੱਛਾ, ਪਹਾੜ ਤੋਂ ਮੈਂ ਅੱਗੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਚਾਹਾਂ
ਤੁਹਾਨੂੰ ਪਤਾ ਵੇ ਜਿਵੇਂ ਅੱਗੇ ਦੱਸਿਆ ਸੀ ਕਿ ਪਹਾੜ ਜਿਹੜਾ ਵੇ ਉਹਦਾ ਕਨੈਕਸ਼ਨ ਹੈ ਸੈਲੈਸਟੀਅਲ ਵਰਲਡ ਦੇ ਨਾਲ। ਯਿਸੂ ਮਸੀਹ ਨੇ ਆਪਣੀ ਜ਼ਿੰਦਗੀ 'ਚ ਪਹਾੜ ਬੜੇ ਇਸਤੇਮਾਲ ਕੀਤੇ ਨੇ, ਠੀਕ ਹੈ। 3-4 ਪਹਾੜ ਨੇ ਜਿਹਨਾਂ ਦਾ ਬੜਾ ਐਕਸਟੈਂਸਿਵ ਜ਼ਿਕਰ ਹੈ। ਯਿਸੂ ਮਸੀਹ ਜਦੋਂ ਪਹਿਲੀ ਵਾਰੀ ਸ਼ਾਗਿਰਦ 12 ਚੁਣਨ ਨੇ, ਯਿਸੂ ਮਸੀਹ ਸਾਰੀ ਰਾਤ ਦੁਆ 'ਚ ਕਿੱਥੇ ਗੁਜ਼ਾਰੀ ਹੈ? ਪਹਾੜ ਤੇ। ਓਕੇ, ਖੁਦਾਵੰਦ ਯਿਸੂ ਮਸੀਹ ਦੀ ਜਦੋਂ ਸੂਰਤ ਤਬਦੀਲ ਹੋਈ ਹੈ, ਜਦੋਂ ਮੂਸਾ ਤੇ ਏਲੀਆ ਅਨਸੀਨ ਵਰਲਡ ਕਨੈਕਟ ਹੋਈ ਹੈ ਵਿਜ਼ੀਬਲ ਵਰਲਡ ਦੇ ਨਾਲ, ਠੀਕ ਹੈ। ਮੂਸਾ ਤੇ ਏਲੀਆ ਉਸੇ, ਠੀਕ ਹੈ। ਖੁਦਾਵੰਦ ਯਿਸੂ ਜਦੋਂ ਅਸਮਾਨ ਤੇ ਅਸੈਂਡ ਹੋਏ ਨੇ, ਠੀਕ ਹੈ ਨਾ, ਅਗੇਨ ਪਹਾੜ ਤੇ। ਔਰ ਜਿਹੜੇ ਫਰਿਸ਼ਤੇ ਉੱਤੋਂ ਆਏ ਨੇ ਉਹਨਾਂ ਕੀ ਕਿਹਾ ਵੇ? ਗਲੀਲੀ ਮਰਦੋ, ਤੁਸੀਂ ਜਿਵੇਂ ਜਾਂਦਿਆਂ ਵੇਖਿਆ ਵੇ ਇੰਜ ਉਹਨੂੰ ਕੀ ਵੇਖੋਗੇ? ਹੁੰਦਿਆਂ ਵੀ ਦੇਖੋ। ਕਿੱਥੇ ਵੇਖੋਗੇ? ਪਹਾੜ ਦੇ ਉੱਤੇ। ਓਕੇ, so the mountain is a meeting place between the celestial and the unseen world. Mountain show and resemble God's connection and God's communication with God's people. So ਅਸੀਂ ਵੇਖਦੇ ਹਾਂ ਕਿ ਸਾਨੂੰ ਅੱਜ ਪਹਾੜ ਦਾ ਕਨਸੈਪਟ ਸਮਝ ਆ ਰਿਹਾ ਕਿ ਵਾਏ ਕੋਹ ਸਿਯੂਨ ਉਹਦੀ ਅਹਿਮੀਅਤ ਕਿਉਂ ਇੰਨੀ ਜ਼ਿਆਦਾ ਵੇ ਦੇ ਵਿੱਚ, ਠੀਕ ਹੈ। ਕਿਉਂਕਿ ਖੁਦਾ ਨੇ ਆਪਣੀ ਜਿਹੜੀ ਹੀ ਹੈਕਲ ਜਦੋਂ ਉੱਥੇ ਕਾਇਮ ਕੀਤੀ ਹੈ, ਖੁਦਾ ਦਾ ਤਖਤ, ਖੁਦਾ ਦੀ ਹਜ਼ੂਰੀ ਉੱਥੇ ਲੱਗੀ ਰਹੀ ਹੈ, ਠੀਕ ਹੈ ਜੀ। ਉਹਦੇ ਬਾਅਦ ਅਸੀਂ ਵੇਖਦੇ ਹਾਂ ਕਿਉਂਕਿ ਖੁਦਾ ਇੱਥੇ ਵੇ, ਇਸ ਲਈ ਖੁਦਾ ਉਹਨੂੰ ਪ੍ਰੋਟੈਕਟ ਵੀ ਕਰੇਗਾ। ਅੱਗੇ ਅਸੀਂ ਵਾਕਿਆ ਵੇਖਦੇ ਹਾਂ ਪਏ ਕਿ 4 ਆਇਤ ਤੋਂ ਲਿਖਿਆ ਵੇ, ਕਿਉਂਕਿ ਦੇਖੋ ਬਾਦਸ਼ਾਹ ਇਕੱਠੇ ਹੋ ਗਏ ਨੇ, ਉਹ ਮਿਲ ਕਰ ਗੁਜ਼ਰੇ ਨੇ, ਉਹ ਜਨਾਬ ਉਹਨਾਂ ਨੇ ਯਰੂਸ਼ਲਮ ਨੂੰ ਘੇਰਾ ਪਾ ਲਿਆ ਵੇ। ਲੇਕਿਨ ਕੀ ਹੋਇਆ ਵੇ? ਉੱਥੇ ਜਦੋਂ ਉਹਨਾਂ ਘੇਰਾ ਪਾਇਆ ਵੇ ਤੇ ਉਹਨਾਂ ਨੂੰ ਕਪਕਪੀ ਲੱਗ ਗਈ ਹੈ, ਉਹਨਾਂ ਨੂੰ ਨਾ ਝਟਕੇ ਲੱਗਣੇ ਸ਼ੁਰੂ ਹੋ ਗਏ ਨੇ। ਇੰਨੇ ਝਟਕੇ ਲੱਗਣੇ ਸ਼ੁਰੂ ਹੋਏ ਨੇ ਜਿਵੇਂ ਜਦੋਂ ਕੋਈ ਮਾਂ ਜਿਹੜੀ ਹੈ ਜਦੋਂ ਕੋਈ ਬੱਚਾ ਪੈਦਾ ਕਰਨ ਵਾਲੀ ਹੁੰਦੀ ਹੈ, ਮਤਲਬ ਦੇ ਟੋਟਲੀ ਫੇਂਟਡ। ਉਹਨਾਂ ਦੀ ਹਿੰਮਤ ਜਵਾਬ ਦੇ ਗਈ, ਉਹਨਾਂ ਦੀ ਜਨਾਬ ਜਿਹੜੇ ਨਾ ਉਹਨਾਂ ਦੀ ਮਸਲ ਜਿਹੜੇ ਨੇ ਦੇ ਆਰ ਆਲ ਗੋਨ। ਔਰ ਖੁਦਾ ਲਿਖਿਆ ਵੇ तू पूर्वी हवा से तरसीस के जहाजों को तोड़ डालता। क्यों? क्योंकि लश्करों के खुदावंद के शहर में, यानी अपने शहर में, जैसा हमने सुना था वैसा ही हमने देखा। यानी खुदा दी ਜਿਹੜੀ ਆਰਮੀ ਹੈ, ਜਿਹੜੀ ਖੁਦਾ ਦੀ ਜਿਹੜੀ ਲਸ਼ਕਰ ਹੈ, ਉਹਨੂੰ ਘੇਰੇ ਰੱਖਦਾ ਵੇ। ਦੋ ਹਵਾਲੇ ਨੇ, ਸਿਰਫ ਇੱਕ ਹਵਾਲਾ ਜ਼ਰਾ ਪੜ੍ਹਿਓ ਜਿਹੜਾ ਮੈਂ ਤੁਹਾਨੂੰ ਜਿਹੜਾ ਅਸਾਂ ਨੋਟ ਕੀਤਾ ਸੀ। ਉਹਦੇ ਵਿੱਚੋਂ ਰਾਜਾ, ਸੈਕੰਡ ਰਾਜਾ 19 ਬਾਬ ਦੀ 35 ਆਇਤ ਤੇ ਦੂਸਰਾ ਇਤਿਹਾਸ 20 ਬਾਬ ਦੀ 19 ਆਇਤ। ਅੰਕਲ ਜੀ ਤੁਸੀਂ 20 ਕੱਢ ਲਓ ਤੇ ਇੱਕ ਜਨਾਬ ਰਾਜਾ, ਇਤਿਹਾਸ ਔਰ ਰਾਜਾ ਦੋਵੇਂ 19 35 ਤੇ 20 19। ਇੱਥੇ ਵੇਖੋ ਕੀ ਹੋਇਆ। ਦੂਸਰਾ ਰਾਜਾ ਦੇ 19 ਦੀ 35 ਵਿੱਚ ਲਿਖਿਆ ਹੈ, ਤਦ ਉਸ ਰਾਤ ਪ੍ਰਭੂ ਦਾ ਸਵਰਗਦੂਤ ਅਸੂਰੀ ਸੈਨਾ ਦੇ ਵਿੱਚ ਗਿਆ ਅਤੇ ਉਸਨੇ 1,85,000 ਅਸੂਰੀ ਆਦਮੀ ਮਾਰ ਦਿੱਤੇ। ਅਗਲੀ ਸਵੇਰ ਜਦੋਂ ਲੋਕਾਂ ਨੇ ਦੇਖਿਆ ਤਾਂ ਉਹ ਸਭ ਮਰ ਚੁੱਕੇ ਸਨ। ਓਕੇ, ਇੰਟਰਸਟਿੰਗਲੀ ਅਸੂਰੀ ਉਸ ਦੌਰ ਦੀ ਸੁਪਰ ਪਾਵਰ ਨੇ ਯਰੂਸ਼ਲਮ ਨੂੰ ਘੇਰਾ ਪਾ ਲਿਆ। ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਔਰ ਖੁਦਾ ਦਾ ਫਰਿਸ਼ਤਾ ਉਤਰਿਆ। ਖੁਦਾ ਨੇ ਕਿਹਾ ਤੁਹਾਂ ਕੁਛ ਨਹੀਂ ਕਰਨਾ, ਬਸ ਚੁੱਪ ਕਰਕੇ ਆਰਾਮ ਨਾਲ ਬੈਠੇ ਰਹੋ। ਕੀ ਲਿਖਿਆ ਜੀ? ਕੌਣ ਉਤਰਿਆ? ਕਿਹੜਾ ਫਰਿਸ਼ਤਾ ਉਤਰਿਆ ਜੀ? ਕੀ ਪੜਿਆ ਸਿਸਟਰ ਜਯੋਤੀ? ਕੀ ਹਿੰਦੀ ਚ ਕੀ ਸੀ, ਪੰਜਾਬੀ ਚ? ਤਦ ਉਸ ਰਾਤ ਪ੍ਰਭੂ ਦਾ ਸਵਰਗਦੂਤ ਅਸੂਰੀ ਸੈਨਾ ਦੇ ਵਿੱਚ ਗਿਆ। ਸਵਰਗਦੂਤ, ਠੀਕ ਹੈ, ਅਸਮਾਨੀ ਲਸ਼ਕਰ ਦਾ ਸਰਦਾਰ ਉਤਰਿਆ ਵੇ ਪੂਰੀ ਆਰਮੀ ਦੇ ਨਾਲ। ਔਰ ਯਰੂਸ਼ਲਮ ਦੇ ਲੋਕ ਸੁੱਤੇ ਹੋਏ ਨੇ, ਬਾਦਸ਼ਾਹ ਔਰ ਸਭ ਲੋਕ ਆਰਾਮ ਦੇ ਵਿੱਚ ਨੇ। ਔਰ ਬਾਰੋ ਬਾਰ ਯਰੂਸ਼ਲਮ ਦੀ ਕੰਧਾਂ ਤੋਂ ਬਾਰੋ ਬਾਰ 1,85,000 ਫੌਜੀ ਜਿਹੜੇ ਨੇ ਇੱਕੋ ਰਾਤ ਫੜਕਾਏ ਗਏ। ਉਹਨਾਂ ਨੂੰ ਪਤਾ ਨਹੀਂ ਲੱਗਾ ਸਾਡੇ ਨਾਲ ਹੋ ਕੀ ਗਿਆ, ਠੀਕ ਹੈ ਜੀ। ਇੰਜ ਦਾ ਹੀ ਇੱਕ ਵਾਕਿਆ ਯਹੋਸ਼ੂਅਤ ਬਾਦਸ਼ਾਹ ਦੇ ਦੌਰ 'ਚ ਪੇਸ਼ ਆਇਆ। ਜੀ ਅੰਕਲ ਜੀ, ਯਹੋਸ਼ੂਅਤ ਬਾਦਸ਼ਾਹ ਦੀ ਸਟੋਰੀ ਕੀ ਹੈ? ਦੂਸਰਾ ਇਤਿਹਾਸ ਉਹਦਾ 20 ਬਾਬ ਤੇ 23ਵੀਂ ਆਇਤ। ਕਿਉਂ ਜੋ ਅਮੋਨੀ ਅਤੇ ਮੁਆਬੀ ਸਈਰ ਦੇ ਵਸਨੀਕਾਂ ਦੇ ਟਾਕਰੇ ਵਿੱਚ ਖਲੋ ਗਏ ਤਾਂ ਜੋ ਉਹਨਾਂ ਨੂੰ ਕਤਲ ਕਰਕੇ ਮੇਟ ਦੇਣ, ਅਤੇ ਜਦ ਉਹ ਸਈਰ ਦੇ ਵਸਨੀਕਾਂ ਨੂੰ ਮੁਕਾ ਚੁੱਕੇ ਤਾਂ ਉਹ ਆਪਸ ਵਿੱਚ ਇੱਕ ਦੂਜੇ ਨੂੰ ਵੱਢਣ ਲੱਗ ਪਏ। ਠੀਕ ਹੈ, ਮਤਲਬ ਜਿਹੜੀ ਫੌਜ ਨੇ ਅਟੈਕ ਕੀਤਾ ਉਹ ਆਪਸ ਵਿੱਚ ਲੜਨਾ ਸ਼ੁਰੂ ਹੋ ਗਏ। ਠੀਕ ਹੈ, ਖੁਦਾ ਨੇ ਉਹਨਾਂ ਦੇ ਦਰਮਿਆਨ ਇੰਨੀ ਉਹਨਾਂ ਦੀ ਮੱਤ ਮਾਰੀ ਗਈ ਔਰ ਉਹਨਾਂ ਦੇ ਜਨਾਬ ਇੰਨੀ ਉਹਨਾਂ ਦੇ ਅੰਦਰ ਕਨਫਿਊਜ਼ਨ ਪੈਦਾ ਹੋ ਗਈ ਕਿ ਉਹ ਜਿਹੜੀਆਂ ਫੌਜਾਂ ਯਰੂਸ਼ਲਮ ਦੇ ਖਿਲਾਫ ਆਈਆਂ ਹਨ ਉਹ ਫੌਜਾਂ ਆਪਸ ਵਿੱਚ ਲੜ ਮੜ ਕੇ ਤੇ ਨੱਠ ਗਈਆਂ ਉੱਥੋਂ। ਠੀਕ ਹੈ, ਇੰਜ ਖੁਦਾ ਜਿਹੜਾ ਵੇ ਆਪਣੇ ਲੋਕਾਂ ਦੀ ਹਿਫਾਜ਼ਤ ਕਰਦਾ ਵੇ, ਆਪਣੇ ਲੋਕਾਂ ਦੀ ਮਦਦ ਕਰਦਾ ਵੇ। ਤੇ ਮੇਰੇ ਜੀਜ਼ੋ, ਅਸੀਂ ਭਾਵੇਂ ਪੈਂਡੈਮਿਕ ਵਿੱਚੋਂ ਆ ਜਾਂ ਅਸੀਂ ਭਾਵੇਂ ਕੋਵਿਡ ਵਿੱਚੋਂ ਆ, ਫਾਈਨੈਂਸ਼ੀਅਲੀ ਚਰਚ ਵਾਈਜ਼ ਐਕਲੀਸੀਅਲ ਵਾਈਜ਼ ਕਿਸੇ ਕਿਸਮ ਦਾ ਸਾਡੇ ਅਗਰ ਕਨਫਿਊਜ਼ਨ ਹੈ, ਅਗਰ ਔਰ ਕੋਈ ਖਤਰਾ ਵੀ ਸਾਡੇ ਅੱਗੇ ਸਾਨੂੰ ਸਮਝ ਨਹੀਂ ਆਉਣ ਡਈ, ਠੀਕ ਹੈ, ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਖੁਦਾ ਦੀ ਹੈਕਲ, ਖੁਦਾ ਦੇ ਹਜ਼ੂਰੀ ਦੇ ਵਿੱਚ ਉਸ ਚੀਜ਼ ਨੂੰ ਫੈਲਾ ਦੇਣਾ ਚਾਹੀਦਾ, ਜਿਵੇਂ ਹਿਜ਼ਕੀਆ ਬਾਦਸ਼ਾਹ ਨੇ ਲੈਟਰ ਫੈਲਾ ਦਿੱਤਾ ਸੀ।
ਠੀਕ ਹੈ, ਜਿਵੇਂ ਸਾਨੂੰ ਪ੍ਰਸਤਿਸ਼ ਕਰਨੀ ਚਾਹੀਦੀ ਹੈ, ਸਤਾਇਸ਼ ਕਰਨੀ ਚਾਹੀਦੀ ਹੈ, ਕਿਉਂਕਿ ਖੁਦਾ ਆਪਣੇ ਲੋਕਾਂ ਦੇ ਅੰਦਰ ਮੌਜੂਦ ਹੈ। ਹਾਂ, ਲਾਸਟ ਟਾਈਮ ਵੀ ਸਿੱਖਿਆ ਸੀ 9ਵੀਂ ਆਇਤ ਵਿੱਚ ਲਿਖਿਆ ਵੇ, ਐ ਖੁਦਾ ਤੇਰੀ ਹੈਕਲ ਦੇ ਅੰਦਰ ਤੇਰੀ ਸ਼ਫਕਤ ਤੇ ਅਸਾਂ ਗੌਰ ਕੀਤਾ ਵੇ। ਖੁਦਾ ਦੀ ਹੈਕਲ ਰੂਹਾਨੀ ਘਰ ਮੈਂ ਤੁਸੀਂ ਆ ਨਵੇਂ ਟੈਸਟਾਮੈਂਟ ਦੇ ਵਿੱਚ। ਅਕੋਰਡਿੰਗ ਟੂ ਨਿਊ ਟੈਸਟਾਮੈਂਟ ਵੀ ਆਰ ਦਾ ਹਾਊਸ ਆਫ ਗॉड, ਖੁਦਾ ਦਾ ਰੂਹ ਸਾਡੇ ਚ ਬਸਿਆ ਹੋਇਆ ਵੇ। ਔਰ ਅੱਗੇ ਤੁਸੀਂ ਵੇਖੋਗੇ ਇਹ ਸਾਰੇ ਕੰਮ ਯਾਦ ਕਰਾਉਣ ਦੇ ਬਾਅਦ 11ਵੀਂ ਆਇਤ ਲਿਖੀ ਹੈ, तेरे अहकाम के सबब से कोहे सियोन शादमान हो। खुश नहीं, इट्स अ डीप जॉय, इट्स अ स्पॉन्टेनियस ग्रैटिट्यूड, ठीक है, और जोश के नाल शादमान हो। और शादमान होण जरा 11वीं आयत पढ़ो, मैं इत्थे वेखना चाह रहा हां कि मेरे को लिखा है यहूदा दीयां बेटियां खुशी मनान। तुहाडे कोल की उत्थे 11वीं आयत है कोहे सियोन तो बाद पढ़ो जरा। तेरे न्यावां दे कारण सियोन पर्वत आनंद होवे, यहूदा दीयां धीयां खुशियां मनाउण। ओके, थैंक यू जी। सो दैट सेम थिंग, यहूदा दी धीयां खुशियां मनान। हां जी, 11वीं आयत ही पढ़ो जरा। ਸਿਯੋਨ ਪਹਾੜ ਆਨੰਦਿਤ ਹੋਵੇ, ਤੇਰੇ ਨਿਆਂ ਦੇ ਕਾਰਨ ਯਹੂਦਾ ਦੇ ਇਲਾਕੇ ਦੇ ਨਗਰ ਖੁਸ਼ ਹੋਣ। ओके जी, सो हियर्स द डिफरेंस। यहूदा दे इलाके दे नगर, ਤੁਹਾਡੇ ਕੋਲ ਵੀ ਧੀਆਂ, ਇੱਥੇ ਵੀ ਯਹੂਦੀਆਂ ਦੀਆਂ ਬੇਟੀਆਂ। ਇੰਗਲਿਸ਼ ਵਿੱਚ ਕੀ ਹੈ, ਜ਼ਰਾ ਪੜ੍ਹੀ ਐਂਜਲ। Mount Zion rejoices, the villages of Judah are glad. ਕੌਣ? Villages of Judah. ਵਿਲੇਜਰਸ। ਹਾਂ, ਓਕੇ, ਵਿਲੇਜਸ ਤੇ ਜੂਦਾ। ਤੁਹਾਡੇ ਕੋਲ ਜਿਹੜਾ ਨਾ ਨਗਰ ਔਰ ਉੱਥੋਂ ਦੇ ਲੋਕਾਂ ਦਾ ਜ਼ਿਕਰ ਹੈ, ਜਦ ਕਿ ਸਾਡੇ ਕੋਲ ਜਿਹੜਾ ਤਰਜਮਾ ਵੇ ਔਰ ਅੰਕਲ ਜੋਸ਼ੂਆ ਜਿਹੜਾ ਤਰਜਮਾ ਪੜਿਆ ਵੇ ਉਹਦੇ ਵਿੱਚ ਯਹੂਦਾ ਦੀਆਂ ਧੀਆਂ, ਯਹੂਦਾ ਦੀਆਂ ਬੇਟੀਆਂ। ਸੋ ਨਗਰ ਨੂੰ ਟ੍ਰਾਂਸਲੇਟ ਕੀਤਾ ਗਿਆ ਵੇ ਕਿ ਉਹਨਾਂ ਦੀਆਂ ਖਵਾਤੀਨ ਵੀ ਜਿਹੜੀਆਂ ਨੇ ਉਹ ਵੀ ਕੀ ਮਨਾਣ, ਯਹੂਦਾ ਦੇ ਵਿੱਚ ਖੁਸ਼ੀ ਮਨਾਣ। ਠੀਕ ਹੈ, ਖੁਸ਼ੀ ਸ਼ਾਦਮਾਨ ਹੋਣ, ਉਹਦੇ ਬੁਰਜਾਂ ਨੂੰ ਗਿਣੋ, ਉਹਦੀ ਸ਼ਹਿਰੇ ਪਨਾਹ ਨੂੰ ਖੂਬ ਵੇਖ ਲਓ। ਯਾਨੀ ਖੁਦਾ ਉਸ ਸ਼ਹਿਰ ਦੇ ਵਿੱਚ ਪਨਾਹ ਵੇ, ਖੁਦਾ ਮੁਹਕਮ ਕਿਲਾ ਵੇ। ਜਿਹੜੇ ਲੋਕ ਖੁਦਾ ਤੇ ਭਰੋਸਾ ਰੱਖਦੇ ਨੇ, ਭਾਵੇਂ ਵੱਡੀਆਂ ਵੱਡੀਆਂ ਆਰਮੀਆਂ ਆ ਜਾਣ, ਤੇ ਭਾਵੇਂ ਵਾਇਰਸ ਆ ਜਾਣ, ਤੇ ਭਾਵੇਂ ਨੌਕਰੀਆਂ ਚਲੇ ਜਾਣ, ਤੇ ਭਾਵੇਂ ਫਾਈਨੈਂਸ਼ੀਅਲੀ, ਤੇ ਭਾਵੇਂ ਕੁਝ ਵੀ ਵਿਗਾੜ ਪੈਦਾ ਹੋ ਜਾਏ, ਭਰੋਸਾ ਉਹਨਾਂ ਦਾ ਖੁਦਾ ਦੀ ਜ਼ਾਤ ਤੇ ਵੇ, ਭਰੋਸਾ ਉਹਨਾਂ ਦਾ ਈਮਾਨ ਤਕਵਾ ਜਿਹੜਾ ਖੁਦਾ ਦੇ ਉੱਤੇ ਵੇ। ਔਰ ਅੱਗੇ ਜਿਹੜਾ ਟਾਸਕ ਦਿੱਤਾ ਵਾ ਅੱਗੇ, ਇਹ ਸਾਰਾ ਕੁਝ ਕਰਨ ਦਾ ਪਰਪਸ ਕੀ ਹੈ? ਵਾਈ ਗॉड ਇਜ਼ ਸੋ ਇੰਗੇਜ ਇਨ ਆਲ ਐਕਟੀਵਿਟੀ? ਰੀਜ਼ਨ ਉਹਦੀ ਕੀ ਹੈ? 13ਵੀਂ ਆਇਤ, ਔਰ ਉਹ ਕੀ ਹੈ? ਤਾਂ ਕਿ ਤੁਸੀਂ ਆਉਣ ਵਾਲੀ ਨਸਲ ਨੂੰ ਕੀ ਦੇ ਸਕੋ? ਖਬਰ ਦੇ ਸਕੋ। ਖਬਰ ਦੇ ਸਕੋ। और खबर की देनी है, यही खुदा अब्दुल अबाद हमारा खुदा है, यही मौत तक हमारा क्या रहेगा? आगू रहेगा, अद्दी रहेगा, लीडर रहेगा, साडे अगे अगे चलेगा। तो मेरे जीजो, अज असां वेख्या वे खुदा दे कलाम ज़बूर 48 दे विचों कि खुदा दा पहाड़, खुदा दा शहर और खुदा दी हैकल, इन्हां तिन्नां ते खुदा दी नजर है। लेकिन अज असीं वेखने आ कि चर्च जिहड़ा वे ओ हैकल और ओ पहाड़ जिहड़ा वे ओ खुदा ने रिप्लेस कीता विद द स्पिरिचुअल हाउस ऑफ गॉड। ओ स्पिरिचुअल हाउस मैं और तुसीं बनने आ। नवां शहर, नवां यरूशलेम, असीं मुकाशवा दी किताब विच 2 हवाले पढ़ांगे आखिर दे विच कि उत्थे खुदा ने नवां शहर ते नवां कोहे सियोन जिहड़ा वे ओ खुदा कायम करन दिया वे। और जिहड़ा प्रॉमिस है ओ की है कि खुदा मौत का मतलब है, क्योंकि खुदा जिहड़ा वे ओ अब्दुल अबाद है, ते जिहड़े खुदा दे लोग ने ओ भावें फिजिकली 100 साल दे होके मरण, या 70-80 साल दे होके मरण, या 120 दे होके मरण, उन्हां दी जिंदगी जिहड़ी है, उन्हां दी जिहड़ी मौत है ओ सिर्फ इत्थे खत्म नहीं हो जांदी। ओ मौत बियॉन्ड जिहड़ा वे ना जिक्र करने, बियॉन्ड मॉर्टैलिटी, बिकॉज दे आर कनेक्टेड विद a God who is forever and ever, ਜਿਹੜਾ ਟਾਈਮ ਤੋਂ, ਪ੍ਰੈਜ਼ੈਂਟ, ਪਾਸਟ, ਫਿਊਚਰ ਤੋਂ ਖੁਦਾ ਪਰੇ ਮੁਬਰਰਾ ਵਿੱਚ ਟ੍ਰਾਂਸੈਂਡੈਂਟ ਗॉड ਹੈ, ਔਰ ਅਸੀਂ ਉਹਦੇ ਨਾਲ ਜੁੜ ਜਾਂਦੇ ਹਾਂ। ਸੋ ਚਰਚ ਦਾ ਕੀ ਰੋਲ ਇਹਦੇ ਵਿੱਚ, ਮੇਰਾ ਔਰ ਕਲੀਸਿਆ ਦਾ, ਤੁਹਾਡਾ ਸਾਰਿਆਂ ਦਾ ਕੀ ਰੋਲ ਹੈ ਮੇਰੇ ਜੀਜ਼ੋ? ਆਖਰੀ 2 ਹਵਾਲੇ ਪੜਾਂਗੇ। ਮੁਕਾਸ਼ਵਾ ਦੀ ਕਿਤਾਬ, ਇੱਕ ਜਣਾ 17 ਬਾਬ ਪੜ੍ਹਦੇ ਔਰ ਇੱਕ ਜਣਾ 21 ਬਾਬ ਪੜ੍ਹਦੇ। ਜੀ ਕੀ ਮੈਂ ਹਵਾਲਾ ਕੀ ਦੱਸਿਆ ਸੀ? 17 ਹੀ ਦੱਸਿਆ ਸੀ ਨਾ? 17 ਦੀ 9 ਆਇਤ। ਹਾਂਜੀ, 17 ਦੀ 9 ਆਇਤ ਜ਼ਰਾ ਪੜ੍ਹਿਓ ਜੀ, ਕੀ ਲਿਖਿਆ ਮੁਕਾਸ਼ਵਾ? ਇਸ ਨੂੰ ਸਮਝਣ ਲਈ ਅਕਲ ਦੀ ਲੋੜ ਹੈ। 7 ਸਿਰ 7 ਪਹਾੜ ਹਨ ਜਿਨ੍ਹਾਂ ਦੇ ਇਹ ਕੀ ਕਿਹਾ ਗਿਆ ਵੇ? ਮੈਂ ਕੀ ਸ਼ੁਰੂ ਚ ਕੀ ਦੱਸਿਆ ਸੀ? ਪਹਾੜ ਕਿਹਨੂੰ ਪੇਸ਼ ਕਰਦੇ ਨੇ? ਇਟਸ ਅ ਇਮੈਜੀਨੇਟਿਵ ਡਿਵਾਈਸ ਐਂਡ ਅ ਲਿਟਰਰੀ ਡਿਵਾਈਸ, ਜਿਹਨੂੰ ਯੂਜ਼ ਕੀਤਾ ਗਿਆ ਵੇ ਰਿਐਲਿਟੀ ਨੂੰ ਸ਼ੋ ਕਰਨ ਲਈ, ਔਰ ਅਨਸੀਨ ਵਰਲਡ ਦਾ ਕਨੈਕਸ਼ਨ ਪੁਆਇੰਟ ਜਿਹੜਾ ਵੇ। ਠੀਕ ਹੈ, ਸੋ ਉਹ ਜਿਹੜੇ 7 ਸਿਰ ਨੇ ਉਹ ਕੀ ਕਹਿਣ ਡਿਆ ਮੁਕਾਸ਼ਵਾ ਦਾ ਮੁਸੰਨਫ? ਕੀ ਕਹਿਣ ਡਿਆ ਵੇ ਪ੍ਰਕਾਸ਼ ਦਾ ਮੁਸੰਨਫ? ਉਹ 7 ਪਹਾੜ ਕੀ ਨੇ ਜੀ? 7 ਸਿਰ ਜਿਹੜੇ ਨੇ ਉਹ 7 ਪਹਾੜ ਨੇ। ਠੀਕ ਹੈ ਨਾ? ਇਸੇ ਤਰ੍ਹਾਂ ਅਸੀਂ ਵੇਖਦੇ ਹਾਂ ਇਹਦੀ ਸਪਿਰਿਚੁਅਲ ਇੰਪਲੀਮੈਂਟੇਸ਼ਨ ਚਰਚ ਤੇ ਕੀ ਬਣਦੀ ਹੈ। ਜੀ ਅੰਕਲ ਜੀ। ਮੈਂ ਪੜਾਂਗਾ ਪ੍ਰਕਾਸ਼ਿਤ ਵਾਕਿਆ ਦੀ ਪੋਥੀ, ਉਹਦਾ
21ਵਾਂ ਬਾਬ ਤੇ 10ਵੀਂ ਆਇਤ। ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸ ਨੇ ਉਹ ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ਰ ਕੋਲੋਂ ਆਕਾਸ਼ਾਂ ਉੱਤੋਂ ਉਤਰਦੀ ਮੈਨੂੰ ਵਿਖਾਈ, ਜਿਹਦੇ ਵਿੱਚ ਪਰਮੇਸ਼ਵਰ ਦਾ ਤੇਜ ਸੀ। ਇੰਟਰਸਟਿੰਗਲੀ ਓਕੇ ਜੀ, ਤੁਹਾਨੂੰ ਵੇਖਿਆ ਜੀ ਕਿਹੜੀ ਸ਼ਾਇਦ ਇੱਥੇ ਨਜ਼ਰ ਆਈ ਹੈ 21 ਬਾਬ ਦੀ ਕੀ ਪੜ੍ਹੀ ਅੰਕਲ ਜੀ? 10ਵੀਂ आयत की लिखा जी? वो मुझे किस में जी? फिजिकल के स्पिरिचुअल? स्पिरिचुअल, ओके, so that's a spiritual connection। पहाड़ रू में एक बड़े और ऊंचे पहाड़ पर, ओके, once again उच्चा पहाड़ जी, ठीक है, कनेक्शन अगेन अनसीन वर्ल्ड। और फिर की हो रहा वे रूह दे विच, और शहरे मुकद्दस यरूशलेम को आसमान पर से खुदा के पास से चढ़दे वेख्या कि उतरदे वेख्या? हाँ जी, उतरदे। ਇਹਦਾ ਮਤਲਬ ਮਤਲਬ ਹੈ ਵੇ ਜਿਵੇਂ ਅਸੀਂ ਬਾਰ-ਬਾਰ ਜ਼ਿਕਰ ਕਰ ਰਹੇ ਹਾਂ। ਹਾਂਜੀ, ਅਸੀਂ ਬਾਰ-ਬਾਰ ਜ਼ਿਕਰ ਕਰਨੇ ਆ ਪਏ ਕਿ ਖੁਦਾ ਦੀ ਤਵੱਜੋ, ਖੁਦਾ ਦਾ ਧਿਆਨ, ਸਾਰੀ ਜ਼ਮੀਨ ਖੁਦਾ ਕੇ ਜਲਾਲ ਸੇ ਮਾਮੂਰ ਹੈ। ਸੋ ਖੁਦਾ ਨੇ ਆਦਮ ਨੂੰ ਪਹਾੜ ਦੇ ਉੱਤੇ ਬਾਗ ਲਾ ਕੇ ਦਿੱਤਾ। ਖੁਦਾ ਨੇ ਕਿਹਾ ਦੀ ਬਾਗਬਾਨੀ ਨਿਗਹਬਾਨੀ ਕਰ। ਇਕੋਲੋਜੀ ਜਿਹੜੀ ਖੁਦਾ ਨੇ ਸਾਨੂੰ ਜ਼ਮੀਨ ਦਿੱਤੀ ਹੈ, ਜਿਹੜੀ ਖੁਦਾ ਨੇ ਸਾਨੂੰ ਲੋਕ ਦਿੱਤੇ ਨੇ, ਜਿਹੜੇ ਖੁਦਾ ਸਾਨੂੰ ਖਿਦਮਤਾਂ ਦਿੱਤੀਆਂ ਨੇ, ਉਹ ਸਾਨੂੰ ਗਾਰਡ ਕਰਨੀਆਂ ਨੇ ਔਰ ਉਹਨੂੰ ਖੁਦਾ ਦੀ ਖਿਦਮਤ ਲਈ ਇਸਤੇਮਾਲ ਕਰਨਾ ਵੇ, ਤਾਂ ਕਿ ਜ਼ਮੀਨ ਤੇ ਖੁਦਾ ਦੀ ਬਾਦਸ਼ਾਹੀ ਅਸੀਂ ਸਾਰੀ ਦੁਨੀਆ ਜਿਹੜੀ ਹੈ ਉਹ ਦੁਆਏ रबानी पढ़ती, जैसे तेरी मर्जी आसमान पर पूरी होती है, कहां पर भी हो, जमीन पर। Why earth is so important? जमीन पर भी हो, ठीक है। Why earth is so important? Why land? खुदा दी बादशाही मेरे जीजो, ਜਿਹੜੇ ਲੋਕੀ ਸਾਰੀ ਜ਼ਿੰਦਗੀ ਤੁਹਾਨੂੰ ਇਹ ਸਿਖਾਉਂਦੇ ਰਹਿੰਦੇ ਨਾ ਕਿ ਜੀ ਤੁਹਾਨੂੰ ਖਜ਼ਾਨੇ ਅਸਮਾਨਾਂ ਤੇ ਮਿਲਣਗੇ ਤੇ ਖਜ਼ਾਨੇ ਅਸਮਾਨਾਂ ਤੇ ਮਾਰ ਅਸਮਾਨ ਤੋਂ ਅਸਮਾਨ ਤੇ ਆਪ ਥੱਲੇ ਉਤਰਨ ਦੇ, ਉਹ ਪਤਾ ਨਹੀਂ ਕਿਹੜੇ ਅਸਮਾਨਾਂ 'ਚ ਲੈ ਕੇ ਜਾਣ ਦੇ ਨੇ। ਓਕੇ, ਸੋ ਦੈਟ ਇਜ਼ ਦਾ ਆਈਡੀਆ। ਖੁਦਾ ਨੇ ਜਿਹੜੀ ਸਾਨੂੰ ਲਾਈਫ ਦਿੱਤੀ ਹੈ, ਖੁਦਾ ਨੇ ਜਿਹੜਾ ਸਾਨੂੰ ਟਾਈਮ ਦਿੱਤਾ ਵੇ, this is all connection with God, this is all our participation in God's mission in this world। और promise ਜ਼ਬੂਰ 48 ਦਾ ਕੀ ਹੈ ਕਿ ਹਮੇਸ਼ਾ ਤੋਂ ਹਮੇਸ਼ਾ ਤੱਕ ਇਹ ਹੀ ਸਾਡਾ ਖੁਦਾ ਰਹੇਗਾ। ਔਰ ਸਾਨੂੰ ਜਿਹੜਾ ਵੇ ਅਸਾਂ ਇਹ ਪੈਗਾਮ ਆਉਣ ਵਾਲੀਆਂ ਨਸਲਾਂ ਤੇ ਆਉਣ ਵਾਲੇ ਲੋਕਾਂ ਨੂੰ ਦੇਣਾ ਵੇ। ਖੁਦਾ ਸਾਨੂੰ ਸਾਰਿਆਂ ਨੂੰ ਇਸ ਕਲਾਮ ਤੇ ਔਰ ਇਸ ਪੈਗਾਮ ਤੇ ਅਮਲ ਕਰਨ ਦੀ ਤੌਫੀਕ ਬਖਸ਼ੇ। ਆਮੀਨ। थैंक यू पास्टर जी। ਹੁਣ ਮੈਂ ਇਨਵਾਈਟ ਕਰਦੀ ਹਾਂ ਆਂਟੀ ਜੋਤੀ ਐਂਡ ਅੰਕਲ ਜੋਸ਼ੂਆ ਨੂੰ ਕਿ ਉਹ ਆਪਣੇ ਸਵਾਲ ਤੇ ਆਪਣੇ ਕਮੈਂਟਸ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਮੈਨੂੰ 14ਵੀਂ ਆਇਤ ਜਿਹੜੀ ਆ ਉਹ ਅੱਛੀ ਲੱਗੀ। ਉਹਦੇ ਦੇ ਇਹ ਆ ਵੀ ਜੇ ਅਸੀਂ ਖੁਦਾ ਦੇ ਉਹਦੀ ਗਾਈਡੈਂਸ ਸਾਨੂੰ ਮਿਲਣੀ ਚਾਹੀਦੀ ਹੈ। ਜੇ ਉਹ ਤਾਂ ਹੀ ਸਾਨੂੰ ਮਿਲੇਗੀ ਜੇ ਸਾਡਾ ਫੇਥ ਜਿਹੜਾ ਉਹਦੇ ਉੱਤੇ ਹੋਏਗਾ ਤੇ ਆਉਣ ਵਾਲੀ ਨਸਲ ਨੂੰ ਇਹੋ ਚੀਜ਼ਾਂ ਜਿਹੜੀਆਂ ਨੇ ਨਾ ਅਸੀਂ ਦੱਸ ਸਕਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਸਟਰਗਲ ਕੀਤਾ ਖੁਦਾ ਦੇ ਕੰਮਾਂ ਦੇ ਲਈ ਜਾਂ ਕਿਸ ਤਰ੍ਹਾਂ ਉਹਦੇ ਵਿੱਚ ਅਸੀਂ ਵਧੇ। ਤੇ ਜਦੋਂ ਅਸੀਂ ਪੂਰੀ ਇਮਾਨਦਾਰੀ ਦੇ ਨਾਲ ਖੁਦਾ ਦੇ ਵਿੱਚ ਹੋ ਕੇ ਇਹੋ ਕੁਛ ਹੀ ਆਪਣੀ ਨਸਲ ਨੂੰ ਦੱਸਾਂਗੇ ਤੇ ਉਹ ਇਹੋ ਚੀਜ਼ਾਂ ਨਾਲ ਲੈ ਕੇ ਤੇ ਚੱਲਣਗੇ। ਮੇਰਾ ਇਹੋ ਖਿਆਲ। ਮੈਨੂੰ ਇਸ ਜ਼ਬੂਰ ਦੀ ਜਿਹੜੀ ਪਹਿਲੀ ਆਇਤ ਆ ਉਹਦੇ ਵਿੱਚ ਇਹ ਜ਼ਬੂਰ ਸਾਨੂੰ ਦਰਸਾਉਂਦਾ ਹੈ ਜਦੋਂ ਮੂਸਾ ਦਾ ਟਾਈਮ ਸੀਗਾ। ਔਰ ਪੰਜਾਬੀ ਦੇ ਵਿੱਚ ਇਹਨੂੰ, ਹਿੰਦੀ ਦੇ ਵਿੱਚ ਇਹਨੂੰ ਸਿਓਨ ਪਰਬਤ ਕਹਿੰਦੇ, ਪਰ ਪੰਜਾਬੀ ਦੇ ਵਿੱਚ ਇਹਨੂੰ ਲਿਖਿਆ ਹੈ ਸੀਨੇ ਦਾ ਪਹਾੜ। ਤੇ ਉਸਦੇ ਵਿੱਚ ਜਦੋਂ ਮੂਸਾ ਨੂੰ ਪ੍ਰਭੂ ਪਹਾੜ ਦੇ ਉੱਤੇ ਲੈ ਕੇ ਗਏ ਉਦੋਂ ਦਾ ਜ਼ਿਕਰ ਕੀਤਾ ਗਿਆ। ਔਰ ਇਹ ਪੂਰਾ ਜ਼ਬੂਰ ਇਸਦੀਆਂ ਸਾਰੀਆਂ ਆਇਤਾਂ ਉਹਦੇ ਨਾਲ ਹੀ ਕਨੈਕਟ ਨੇ। ਔਰ ਸੀਨੇ ਪਹਾੜ ਦੀ ਉਹਨਾਂ ਨੇ ਸੁੰਦਰਤਾ ਦੱਸੀ ਕਿ ਕਿਸ ਤਰ੍ਹਾਂ ਉਸਨੂੰ ਪ੍ਰਭੂ ਨੇ ਯਰੂਸ਼ਲਮ ਦੇ ਵਿੱਚ ਉਸਨੂੰ ਇੱਕ ਸ਼ਹਿਰ ਬਣਾਇਆ, ਇੱਕ ਮੂਸਾ ਦੇ ਦਿਖਾਇਆ ਔਰ ਉੱਥੇ ਪ੍ਰਭੂ ਨੇ ਉਹ 10 ਹੁਕਮ ਵੀ ਦਿੱਤੇ। ਔਰ ਇਹ ਸਾਰਾ ਜ਼ਬੂਰ ਹੀ ਬਹੁਤ ਦਿਲ ਨੂੰ ਲੱਗਦਾ ਹੈ ਕਿਉਂਕਿ ਸਿਓਨ ਪਹਾੜ ਦੀ ਸੁੰਦਰਤਾ ਇਸ ਸਾਰੇ ਦੇ ਵਿੱਚ ਜੇ ਅਸੀਂ ਇਹਨੂੰ ਪੜ੍ਹੀਏ ਔਰ ਇਸ ਦੇ ਵਿੱਚ ਆਉਂਦੀ ਹੈ। ਮੈਨੂੰ ਇਹਦੀ ਪਹਿਲੀ ਆਇਤ ਬਹੁਤ ਵਧੀਆ ਲੱਗੀ। ਵੈਰੀ ਗੁੱਡ। ਓਕੇ ਜੀ, ਐਂਜਲ ਤੈਨੂੰ ਕਿਹੜੀ ਆਇਤ ਵਿੱਚ ਸਮਝ ਆਈ ਜਾਂ ਕੋਈ ਕੁਐਸਚਨ, ਕੋਈ ਕਮੈਂਟ? ਹਾਂਜੀ, ਮੈਨੂੰ ਕਾਫੀ ਵਧੀਆ ਲੱਗਾ ਇਸ 4 ਆਇਤ। When the kings joined forces and they advanced together, they saw her and they were astounded and they fled in terror। So I think ਇਹ ਆਇਤ ਦਰਸਾਉਂਦੀ ਹੈ ਕਿ ਜਿਸ ਤਰ੍ਹਾਂ ਖੁਦਾਵੰਦ ਦੀ ਹਜ਼ੂਰੀ ਜੋ ਸਾਡੀ ਜ਼ਿੰਦਗੀ ਵਿੱਚ ਹੁੰਦੀ ਹੈ, ਕੋਈ ਵੀ ਸੈਨਾ, ਕੋਈ ਵੀ ਫੋਰਸ ਜੋ ਸਾਡੇ ਅਗੇਂਸਟ ਕੰਮ ਕਰਦੀ ਹੈ ਉਹ ਕਦੇ ਵੀ ਸਫਲ ਨਹੀਂ ਹੋ ਪਾਉਂਦੀ ਕਿਉਂਕਿ ਖੁਦਾਵੰਦ ਸਾਡੇ ਨਾਲ ਹੈ। ਇਹਦੇ ਵਿੱਚ ਸਾਡੀ ਕੋਈ ਖੂਬੀ ਨਹੀਂ ਹੈ, but it's the presence of God in our lives।
that fights it for us. ਵੰਡਰਫੁਲ ਯੈਸ ਦੈਟ ਸਾਊਂਡ ਗੁੱਡ ਤੇ ਤੁਹਾਡੇ ਸਾਰਿਆਂ ਦੀ ਆਬਜ਼ਰਵੇਸ਼ਨ ਤੁਹਾਡੇ ਸਾਰਿਆਂ ਦੀ ਜਿਹੜੀ ਇਹਦੇ ਵਿੱਚ ਕਮੈਂਟਸ ਨੇ ਮਤਲਬ ਦੈਟਸ ਆਲ ਵੈਰੀ ਇਨਸਾਈਟਫੁਲ ਥੈਂਕ ਯੂ ਫॉर ਸ਼ੇਅਰਿੰਗ Thank you, Pastor Jace, reflection ਲਈ and ਮੈਂ ਧੰਨਵਾਦ ਕਰਦੀ ਹਾਂ ਜੋ ਤੁਸੀਂ ਸਾਰੇ ਸਾਡੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਾਡਾ ਨੈਕਸਟ ਐਪੀਸੋਡ ਕੱਲ ਰਾਤ ਨੂੰ ਇਸੇ ਵਕਤ ਸ਼ੁਰੂ ਹੋਏਗਾ and ਅਸੀਂ ਜ਼ਬੂਰ 49 ਵਿੱਚ ਜਾਵਾਂਗੇ ਸਾਡੀ ਸੀਰੀਜ਼ ਦਾ ਮਕਸਦ ਹੈ ਕਿ ਅਸੀਂ ਕਲਾਮ ਨੂੰ ਪੜ੍ਹ ਕੇ ਉਸ ਨੂੰ ਸਮਝੀਏ ਤੇ ਉਸ ਤੇ ਚੱਲਣ ਵਾਲੇ ਬਣੀਏ ਸੋ ਅਸੀਂ ਕੱਲ ਰਾਤ ਤੁਹਾਡੇ ਨਾਲ ਫਿਰ ਇਸੇ ਤਰ੍ਹਾਂ ਜ਼ਬੂਰਾਂ ਦੀ ਸਟੱਡੀ ਕਰਾਂਗੇ ਥੈਂਕ ਯੂ ਗॉड ब्लेस यू ਸਾਰਿਆਂ ਨੂੰ ਜੈ ਮਸੀਹ ਦੀ ਥੈਂਕ ਯੂ ਸਭ ਨੂੰ ਜੈ ਮਸੀਹ ਦੀ